चश्मा यहाँ वारी
17वें उपवास और प्रार्थना ਦੇ ਵਿੱਚ ਪਰਮੇਸ਼ਰ ਸਾਨੂੰ ਲੈ ਕੇ ਆਇਆ। ਇਸ ਲਈ ਪ੍ਰਭੂ ਦਾ ਧੰਨਵਾਦ। ਯਹੋਵਾ ਕਿੰਨਾ ਮਹਾਨ ਹੈ। ਹਾਲੇਲੂਇਆ। ਉਹ ਦੋ ਲਾਈਟਸ ਆਫ ਹੈ, ਉਹ ਔਨ ਕਰੋ। ਦੋ ਲਾਈਟਸ ਆਫ ਹੈ। ਸੋ ਪਰਮੇਸ਼ਰ ਸਾਡੇ ਨਾਲ ਕਿੰਨਾ ਭਲਾ ਰਿਹਾ ਬੀਤੇ 16 ਦਿਨ ਔਰ ਬੜੀ ਜਲਦੀ ਨਿਕਲ ਰਹੇ ਹਨ। ਔਰ ਇਸ 17ਵੇਂ ਰੋਜ਼ੇ ਦੇ ਵਿੱਚ ਵੀ ਖੁਦਾ ਸਾਨੂੰ ਲੈ ਕੇ ਆਇਆ। ਇਸ ਲਈ ਪ੍ਰਭੂ ਦਾ ਧੰਨਵਾਦ। ਜੋ ਕੁਝ ਵੀ ਅਸੀਂ ਪ੍ਰਭੂ ਦੇ ਲਈ ਸਮਾਂ ਖਰਚ ਕਰ ਰਹੇ ਹਾਂ, ਸਮਾਂ ਕੱਢ ਰਹੇ ਹਾਂ, ਔਰ ਮੇਰਾ ਪੂਰਾ ਵਿਸ਼ਵਾਸ ਹੈ, ਮੇਰਾ ਪੂਰਨ ਵਿਸ਼ਵਾਸ ਹੈ ਖੁਦਾ ਕੁਝ ਅਜੀਬ ਕੰਮ ਇਸ ਰੋਜ਼ਿਆਂ ਦੇ ਵਿੱਚ ਔਰ ਰੋਜ਼ਿਆਂ ਤੋਂ ਬਾਅਦ ਕਰਨੇ ਜਾ ਰਿਹਾ ਹੈ। ਹਾਲੇਲੂਇਆ। ਮੇਰਾ ਪੂਰਨ ਵਿਸ਼ਵਾਸ ਹੈ ਪਰਮੇਸ਼ਵਰ ਇਸ ਰੋਜ਼ਿਆਂ ਤੋਂ ਬਾਅਦ ਵੀ ਇਹ ਕੁਛ ਨਾ ਕੁਛ ਖੁਦਾ ਹਿਲਾਣੇ ਜਾ ਰਿਹਾ ਹੈ। ਹਾਲੇਲੂਇਆ, ਹਾਲੇਲੂਇਆ। ਇਸ ਸਾਲ ਦਾ ਮੇਰਾ ਟੌਪਿਕ ਹੈ ਪ੍ਰੇਰਿਤਾਂ ਦੇ ਕੰਮ, ਰਸੂਲਾਂ ਦੇ ਕਰਤੱਵ। ਔਰ ਰਸੂਲਾਂ ਦੇ ਕਰਤੱਵ ਅਸੀਂ 14 ਅਧਿਆਏ ਤੱਕ ਅਸੀਂ ਆ ਚੁੱਕੇ ਹਾਂ। 15 ਅਧਿਆਏ ਦੇ ਵਿੱਚ ਅਸੀਂ 16 ਅਧਿਆਏ ਤੋਂ ਅੱਜ ਵੇਖਾਂਗੇ, ਲੇਕਿਨ ਥੋੜ੍ਹਾ ਬੈਕਗਰਾਊਂਡ ਦੱਸਣਾ ਜ਼ਰੂਰੀ ਹੈ। 14 ਅਧਿਆਏ, 15 ਅਧਿਆਏ ਔਰ 16 ਦੀ ਸਟਾਰਟਿੰਗ ਦੇ ਵਿੱਚ ਅਸੀਂ ਦੇਖਦੇ ਹਾਂ ਪੌਲਸ ਨੇ ਆਪਣੀ ਪਹਿਲੀ ਮਿਸ਼ਨਰੀ ਯਾਤਰਾ ਜਦੋਂ ਉਸਨੇ ਸ਼ੁਰੂ ਕੀਤਾ, ਉਹ ਪਹਿਲੀ ਮਿਸ਼ਨਰੀ ਯਾਤਰਾ ਔਰ ਉਹ ਸਮਾਪਤ ਕਰਦਾ ਹੈ। ਸੋ ਪਹਿਲਾ ਉਹਦੇ ਨਾਲ ਜਿਹੜਾ ਸਾਥੀ ਸੀ ਪੌਲਸ ਦੇ ਨਾਲ, ਉਹ ਬਰਨਾਬਾਸ ਸੀ। ਲੇਕਿਨ ਉਸਨੇ ਦੂਸਰਾ ਮਿਸ਼ਨਰੀ ਯਾਤਰਾ ਸ਼ੁਰੂ ਕਰਨ ਦਾ ਫੈਸਲਾ ਕੀਤਾ। ਔਰ ਜਦ ਦੂਸਰਾ ਮਿਸ਼ਨਰੀ ਯਾਤਰਾ ਉਸਨੇ ਸ਼ੁਰੂ ਕਰਨ ਦਾ ਫੈਸਲਾ ਕੀਤਾ, ਇਸ ਵਾਰੀ ਉਸ ਦੇ ਨਾਲ ਪੌਲਸ ਔਰ ਸਿਲਾਸ ਸੀ। ਸੋ ਇੱਕ ਨਇਆ ਬੰਦਾ ਉਸ ਦੇ ਨਾਲ ਜੁੜ ਗਿਆ। ਸਿਲਾਸ ਨੂੰ ਇੱਕ ਆਪਣੇ ਨਾਲ ਲਿਆ। ਤਿਮੋਥੀਅਸ ਵੀ ਉਸ ਦੇ ਨਾਲ ਸੀ। ਇਹਦਾ ਮਤਲਬ ਕੀ ਸੀ? ਕੁਝ ਲੋਕ ਉਸ ਦੇ ਵਿਚਕਾਰ ਸਫ਼ਰ ਦੇ ਪਹਿਲੇ ਸਫ਼ਰ ਦੇ ਵਿੱਚ ਜਿਹੜੇ ਨਾਲ ਸੀ, ਉਹ ਦੂਸਰੇ ਸਫ਼ਰ ਦੇ ਵਿੱਚ ਉਸ ਦੇ ਨਾਲ ਨਹੀਂ ਜੁੜੇ। ਲੇਕਿਨ ਪ੍ਰਭੂ ਦਾ ਕੰਮ ਰੁਕਦਾ ਨਹੀਂ ਹੈ। ਟੀਮ ਨਵੀਂ ਬਣ ਗਈ, ਲੇਕਿਨ ਪਰਮੇਸ਼ਰ ਦਾ ਕੰਮ ਉਹਦੇ ਨਾਲੋਂ ਵੀ ਵੱਧ ਕੇ ਚੱਲਦਾ ਹੀ ਰਿਹਾ। ਹਾਲੇਲੂਇਆ, ਹਾਲੇਲੂਇਆ। ਬਰਨਾਬਾਸ ਪੌਲਸ ਦੇ ਨਾਲ ਸਫ਼ਰ ਨਹੀਂ ਕੀਤਾ। ਇਹ ਜ਼ਿੰਦਗੀ ਦਾ, ਕਲੀਸਿਆ ਦਾ, ਪਰਮੇਸ਼ਰ ਦੇ ਕੰਮ ਦਾ ਇੱਕ ਬਹੁਤ ਵੱਡਾ ਭੇਦ ਹੈ ਕਿ ਪਰਮੇਸ਼ਰ ਦਾ ਕੰਮ ਕਦੀ ਵੀ ਰੁਕਦਾ ਨਹੀਂ। ਸਾਰੇ ਬੋਲੋ, ਪਰਮੇਸ਼ਰ ਦਾ ਕੰਮ ਕਦੀ ਵੀ ਨਹੀਂ ਰੁਕਦਾ, ਕਦੀ ਵੀ ਨਹੀਂ ਰੁਕਦਾ। ਪਰਮੇਸ਼ਰ ਦਾ ਕੰਮ ਕਦੀ ਵੀ ਨਹੀਂ ਰੁਕਦਾ। ਪਰਮੇਸ਼ਰ ਦਾ ਕੰਮ ਜਾਰੀ ਰਹਿੰਦਾ ਹੈ। ਹਾਲੇਲੂਇਆ, 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 ਹਾਲੇਲੂਇਆ। ਆਤਮਾ ਔਰ ਸੱਚਾਈ ਦੇ ਨਾਲ ਆਰਾਧਨਾ ਕਰਨੇ ਵਾਲੇ, ਆਤਮਾ ਔਰ ਸੱਚਾਈ ਦੇ ਵਿੱਚ ਚੱਲਣ ਵਾਲੇ ਲੋਕਾਂ ਦੇ ਲਈ ਖੁਦਾ ਕੋਈ ਨਾ ਕੋਈ ਅਯਾਲੀ, ਕੋਈ ਨਾ ਕੋਈ ਨਵੇਂ ਲੋਕ ਖੁਦਾ ਉਹਨਾਂ ਦੇ ਲਈ ਤਿਆਰ ਜ਼ਰੂਰ ਕਰਦਾ। ਪ੍ਰੇਜ਼ ਦ ਲਾਰਡ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਸੋ ਪ੍ਰੇਰਿਤਾਂ ਦੇ ਕੰਮ, ਰਸੂਲਾਂ ਦੇ ਕਰਤੱਵ 16 ਬਾਬ ਦੇ ਵਿੱਚ ਇੱਕ ਨਵੀਂ ਟੀਮ ਸਟਾਰਟ ਹੋ ਗਈ ਹੈ। ਪੌਲਸ, ਸਿਲਾਸ ਔਰ ਤਿਮੋਥੀਅਸ ਨਾਲ ਨਹੀਂ। ਸੋ ਵਚਨ ਦੇ ਵਿੱਚ ਇਸ ਪ੍ਰਕਾਰ ਨਾਲ ਲਿਖਿਆ, ਪੌਲਸ ਔਰ ਸਿਲਾਸ ਨੇ ਜਦ ਸਫ਼ਰ ਨੂੰ ਸ਼ੁਰੂ ਕੀਤਾ, ਉਹਨਾਂ ਨੇ ਏਸ਼ੀਆ ਦੇ ਵਿੱਚ, ਉਹਨਾਂ ਨੇ ਸੋਚਿਆ ਸੀ ਆਸੀਆ ਦੇ ਵਿੱਚ ਆਪਣੇ ਸਫ਼ਰ ਨੂੰ ਸ਼ੁਰੂ ਕਰਾਂਗੇ, ਉਸ ਜਗ੍ਹਾ ਦੇ ਵਿੱਚ ਖੁਦਾ ਦੇ ਕਲਾਮ ਨੂੰ ਸੁਣਾਵਾਂਗੇ। ਲੇਕਿਨ ਪਰਮੇਸ਼ਰ ਦੀ ਆਤਮਾ ਨੇ ਉਹਨਾਂ ਨੂੰ ਏਸ਼ੀਆ ਦੇ ਵਿੱਚ, ਆਸੀਆ ਦੇ ਵਿੱਚ ਵਚਨ ਸੁਣਾਉਣ ਤੋਂ ਮਨਾ ਕੀਤਾ। ਫਿਰ ਦੂਸਰਾ ਉਹਨਾਂ ਨੇ ਸੋਚਿਆ ਕਿਉਂ ਨਾ ਅਸੀਂ ਬੈਤੂਨੀਆ ਦੇ ਵਿੱਚ, ਇੱਕ ਹੋਰ ਸ਼ਹਿਰ ਹੈ, ਅਸੀਂ ਦੂਸਰੇ ਪਾਸੇ ਚੱਲਦੇ ਹਾਂ। ਲੇਕਿਨ ਵਚਨ 'ਚ ਲਿਖਿਆ ਖੁਦਾ ਦੀ ਆਤਮਾ ਨੇ ਉਹਨਾਂ ਨੂੰ ਬੈਤੂਨੀਆ ਦੇ ਵਿੱਚ ਜਾਣ ਤੋਂ ਵੀ ਮਨਾ ਕੀਤਾ। ਇਹਦਾ ਅਰਥ ਕੀ ਹੈ? ਖੁਦਾ ਦਾ ਆਤਮਾ ਅਗਵਾਈ ਵੀ ਕਰਦਾ ਹੈ ਕਿੱਧਰ ਨੂੰ ਜਾਣਾ ਹੈ ਔਰ ਕਿੱਧਰ ਨਹੀਂ ਜਾਣਾ। ਉਸ ਦੇ ਲਈ ਵੀ ਪਰਮੇਸ਼ਰ ਦਾ ਆਤਮਾ ਸਾਡੀ ਕੀ ਕਰੇਗਾ? ਅਗਵਾਈ ਕਰੇਗਾ। ਅਸੀਂ ਹਰ ਵਾਰੀ, ਕਈ ਵਾਰੀ ਕਲਪਨਾ ਇਸ ਤਰ੍ਹਾਂ ਕਰਦੇ ਹਾਂ, ਮੈਂ ਜੋ ਵੀ ਯੋਜਨਾ ਬਣਾਵਾਂ, ਪਰਮੇਸ਼ਵਰ ਤੁਸੀਂ ਉਹਦੇ ਉੱਤੇ ਮੋਹਰ ਲਗਾ ਦਿਓ, ਮੈਂ ਉਧਰ ਹੀ ਕਰਾਂ, ਮੈਂ ਉਹੀ ਕਰਾਂ, ਮੈਂ ਉਹੀ ਜਾਵਾਂ, ਇਸ ਤਰ੍ਹਾਂ ਹੀ ਹੋਵੇ। ਲੇਕਿਨ ਜਿੱਥੇ ਖੁਦਾ ਦਾ ਆਤਮਾ ਕੰਮ ਨਹੀਂ ਕਰੇਗਾ ਜਾਂ ਜਿੱਥੇ ਖੁਦਾ ਮਨਾ ਕਰਨਾ ਚਾਹੇਗਾ, ਉਹ ਤੁਹਾਨੂੰ ਪ੍ਰਗਟ ਵੀ ਕਰੇਗਾ, ਉਹ ਤੁਹਾਨੂੰ ਪ੍ਰਗਟ ਕਰੇਗਾ। ਪਰਮੇਸ਼ਰ ਦਾ ਆਤਮਾ ਮਨਾ ਕਰਨੇ ਵਾਲਾ ਆਤਮਾ ਵੀ ਹੈ। ਪਰਮੇਸ਼ਰ ਨੇ ਬਿਲਿਆਮ ਨੂੰ ਵੀ ਮਨਾ ਕੀਤਾ ਸੀ। ਪਰਮੇਸ਼ਰ ਨੇ ਬਿਲਿਆਮ ਨੂੰ ਵੀ ਮਨਾ ਕੀਤਾ ਸੀ। ਇਹਦਾ ਅਰਥ ਕੀ ਹੈ? ਵਿਸ਼ਵਾਸੀਓ, ਤੁਸੀਂ ਹਾਂ ਔਰ ਮਨਾ ਕਰਨੇ ਨੂੰ, ਦੋਨੋਂ ਨੂੰ ਕਬੂਲ ਕਰਨ ਦੇ ਲਈ ਆਪਣੇ ਦਿਲ ਨੂੰ ਹਮੇਸ਼ਾ ਤਿਆਰ ਰੱਖਣਾ। ਆਪਣੇ ਦਿਲ ਨੂੰ ਹਮੇਸ਼ਾ ਤਿਆਰ ਰੱਖਣਾ। ਕਈ ਵਾਰੀ ਤੁਸੀਂ ਕਹੋਗੇ ਇਹ ਜਗ੍ਹਾ ਬਹੁਤ ਅੱਛਾ ਹੈ, ਖੁਦਾ ਕਹੇਗਾ ਨਹੀਂ ਜਾਣਾ। ਉਸ ਪਰਿਵਾਰ ਦੇ ਵਿੱਚ ਨਹੀਂ ਜਾਣਾ, ਉਸ ਇਲਾਕੇ ਦੇ ਵਿੱਚ ਤੁਸੀਂ ਨਾ ਜਾਓ, ਉਹ ਪਰਿਵਾਰ, ਉਹ ਜਗ੍ਹਾ ਤੁਹਾਡੇ ਲਈ ਸਹੀ ਨਹੀਂ ਹੈ। ਲੇਕਿਨ ਜੇ ਅਸੀਂ ਆਪਣੀ ਮਰਜ਼ੀ ਉਸ ਜਗ੍ਹਾ 'ਚ ਕਰਾਂਗੇ, ਬਿਲਿਆਮ ਦੇ ਵਾਂਗੂ ਖੁਦਾ ਕਹੇਗਾ ਜਾਣਾ ਤੇ ਜਾ, ਲੇਕਿਨ ਮੇਰੀ ਆਪਣੀ ਮਰਜ਼ੀ ਨਹੀਂ ਹੈ। ਮੈਂ ਤੇਰੇ ਹਾਂ ਦੇ ਵਿੱਚ ਹਾਂ ਕੀਤੀ ਹੈ, ਲੇਕਿਨ ਮੇਰੀ ਇੱਛਾ ਉਸ ਵਿੱਚ ਨਹੀਂ ਹੈ।
इसलिए तुसी जब ਜ਼ਬੂਰਾਂ ਦੀ ਪੋਥੀ ਨੂੰ ਪੜ੍ਹਦੇ ਹੋ ਉਸ ਵਿੱਚ ਇਸ ਪ੍ਰਕਾਰ ਨਾਲ ਲਿਖਿਆ ਇਜ਼ਰਾਈਲੀਆਂ ਨੇ ਬੁੜਬੁੜਾਉਂਦੇ ਸਨ ਪਰਮੇਸ਼ਰ ਨੇ ਉਹਨਾਂ ਨੂੰ ਉਹਨਾਂ ਦੇ ਕਾਮਨਾਵਾਂ ਦੇ ਵਿੱਚ ਉਹਨਾਂ ਨੂੰ ਛੱਡਤਾ ਉਹਨਾਂ ਨੂੰ ਉਹਨਾਂ ਦੀ ਇੱਛਾ ਜ਼ਰੂਰ ਦਿੱਤੀ ਪਰ ਲਿਖਿਆ ਉਹਨਾਂ ਦੇ ਪ੍ਰਾਣ ਸੁਖਾ ਦਿੱਤੇ ਉਹਨਾਂ ਜਾਂ ਪੰਜਾਬੀ ਦੇ ਵਿੱਚ ਲਿਖਿਆ ਉਹਨਾਂ ਦੇ ਪ੍ਰਾਣਾਂ ਨੂੰ ਲਿੱਸਾ ਕਰ ਦਿੱਤਾ ਕਿਉਂ ਲਿੱਸਾ ਕੀਤਾ क्यों सुखाया क्योंकि खुदा की मर्जी नहीं सी वो जबरदस्ती अपनी मर्जी करना जबरदस्ती अपनी मर्जी नू करना चाहते सन लेकिन पौलुस सिलास दे वर सेंसिटिव टू द स्पिरिट ऑफ गॉड वो परमेश्वर की आत्मा की आवाज़ नू सुनने दे लई बड़े संवेदनशील सी बहुत संवेदनशील सी जानते सी खुदा ने जो मना किया ओदी ना दे नाल मेरी ना होवे ओदी हाँ दे नाल मेरी हाँ होवे सारे बोलो परमेश्वर दी आत्मा दे नाल मेरी हाँ दी हाँ होवे मेरी हाँ दी हाँ होवे और मेरी ना दी ना होवे और मेरी ना दी ना होवे मेरी ना दी ना होवे जे खुदा ने क्या नहीं फिर असी की करना नहीं जे खुदा कहता हाँ फिर असी की करना है हाँ इसलिए वचन दे विच इस प्रकार दा नवे नियम च लिखिया तू कदी भी किसी दी सौ ना चुकी तेरी हाँ हाँ होवे तेरी ना ना होवे हालेलुया अच्छा वचन दे विच इस प्रकार नाल लिखिया पौलुस उड़ीक रहा सी खुदावंदा तुसी मैनूं दसो अगली योजना की है सो खुदा ने उसनूं रात दे वेले दर्शन दिता दर्शन दे विच कहा उसनूं एक दर्शन होया मकदूनिया तो एक व्यक्ति उसनूं कह रहा है आओ और साडी सहायता करो उसने समझ लिया ये दर्शन परमेश्वर दे वल्लों मिले है उसने जहाज फड़िया पौलुस और सिलास जहाज फड़े त्रोआस तो जांदे हुए फिलिप्पी दे विच पहुंचे सो नवी टीम नया दर्शन नया लोग उन्हां नूं मिल रहे ने नवे लोग उन्हां नूं मिल रहे हैं सो उस जगह दे विच गए उधर एक बहन सी उसका नाम सी लिडिया और लिडिया एक अच्छा बैंजनी कपड़े की व्यापारी सी काम करने वाली औरत सी लेकिन भगत सी उसने अपना दिल प्रभु दे लई खोल लिया उसने प्रभु दे वचन नूं सुनिया और उसने खुदा दे दासां नूं अपने घर दे विच उतारिया हालेलुया एक व्यापारन औरत ने एक लेडी ने एक औरत ने जो बैंजनी वस्त्र दा काम करती सी उसनूं अपने घर दे विच की कीता उतारिया वचन दे विच लिखिया पवित्र वचन दे विच लिखिया जद ऐसा उतारिया वचन की सेवकाई करने दे लई उसने किया फिर उस तो बाद वो प्रार्थना करने दा जब वेला आया उस हिस्से नूं से पढ़न जा रहे हैं थोड़ा लंबा पैसेज है लेकिन पढ़ना और सुनना पढ़ांगे रसूलों के करतब 16 बाब 16 तो लैके 34 आयत तक पढ़ांगे जल्दी पढ़ना साफ आवाज से एक्ट्स ऑफ द एपोस्टल्स चैप्टर 16 वर्स 16 to 34 ਐਂ ਹੋਇਆ ਕਿ ਜਦ ਅਸੀਂ ਬੰਦਗੀ ਕਰਨ ਦੇ ਸਥਾਨ ਨੂੰ ਜਾਂਦੇ ਸਾਂ ਤਾਂ ਇੱਕ ਗੋਲੀ ਸਾਨੂੰ ਮਿਲੀ ਜਿਹਦੇ ਵਿੱਚ ਪੇਟ ਬੁੱਝਣ ਦੀ ਰੂਹ ਸੀ ਅਤੇ ਟੇਵੇ ਲਾ ਕੇ ਉਹ ਆਪਣੇ ਮਾਲਕਾਂ ਲਈ ਬਹੁਤ ਕੁਝ ਕਮਾ ਲਿਆਉਂਦੀ ਸੀ ਸੋ ਪੌਲੁਸ ਦੇ ਅਤੇ ਸਾਡੇ ਮਗਰ ਆਣ ਕੇ ਹਾਕਾ ਮਾਰਦੀ ਅਤੇ ਕਹਿੰਦੀ ਸੀ ਜੋ ਇਹ ਲੇਖ ਅੱਤ ਮਹਾਪਰਮੇਸ਼ਰ ਦੇ ਦਾਸ ਹਨ ਜਿਹੜੇ ਤੁਹਾਨੂੰ ਮੁਕਤੀ ਦਾ ਰਾਹ ਦੱਸਦੇ ਹਨ ਉਹ ਬਹੁਤ ਦਿਨਾਂ ਤੱਕ ਇਹ ਕਰਦੀ ਰਹੀ ਪਰ ਪੌਲੁਸ ਅੱਕ ਗਿਆ ਅਤੇ ਮੁੜ ਕੇ ਉਸ ਰੂਹ ਨੂੰ ਕਿਹਾ ਮੈਂ ਤੈਨੂੰ ਯਿਸੂ ਮਸੀਹ ਦੇ ਨਾਮ ਨਾਲ ਹੁਕਮ ਕਰਦਾ ਹਾਂ ਜੋ ਇਹ ਦੇ ਵਿੱਚੋਂ ਨਿਕਲ ਜਾ ਅਤੇ ਉਸੇ ਕੜੇ ਨਿਕਲ ਗਈ ਪਰ ਜਾਂ ਉਹਦੇ ਮਾਲਕਾਂ ਨੇ ਵੇਖਿਆ ਜੋ ਸਾਡੀ ਕਮਾਈ ਦੀ ਆਸ ਜਾਂਦੀ ਰਹੀ ਤਾਂ ਪੌਲੁਸ ਅਤੇ ਸਿਲਾਸ ਨੂੰ ਫੜ ਕੇ ਬਾਜ਼ਾਰ ਵਿੱਚ ਹਾਕਮਾਂ ਦੇ ਕੋਲ ਖਿੱਚ ਕੇ ਲੈ ਚੱਲੇ ਅਤੇ ਉਹਨਾਂ ਨੇ ਸਰਦਾਰਾਂ ਦੇ ਅੱਗੇ ਲੈ ਜਾ ਕੇ ਕਿਹਾ ਕਿ ਮਨੁੱਖ ਜਿਹੜੇ ਯਹੂਦੀ ਹਨ ਸਾਡੇ ਸ਼ਹਿਰ ਨੂੰ ਬਹੁਤ ਜਿੱਚ ਕਰਦੇ ਹਨ ਅਤੇ ਸਾਨੂੰ ਅਜਿਹੀ ਰੀਤਾਂ ਦੱਸਦੇ ਹਨ ਕਿ ਜਿਨ੍ਹਾਂ ਦਾ ਮੰਨਣਾ ਤੇ ਪੂਰਾ ਕਰਨਾ ਸਾਨੂੰ ਜੋ ਰੋਮੀ ਹਾਂ ਯੋਗ ਨਹੀਂ ਤਦ ਲੋਕ ਮਿਲ ਕੇ ਉਹਨਾਂ ਦੇ ਵਿਰੁੱਧ ਉੱਠੇ ਅਤੇ ਸਰਦਾਰਾਂ ਨੇ ਉਹਨਾਂ ਦੇ ਦੁਆਲੇ ਦੇ ਕੱਪੜੇ ਪਾੜ ਕੇ ਬੈਂਤ ਮਾਰਨ ਦਾ ਹੁਕਮ ਕੀਤਾ ਉਹਨਾਂ ਨੂੰ ਮਾਰ ਕੇ ਕੈਦ ਕਰ ਦਿੱਤਾ ਅਤੇ ਕੈਦਖਾਨੇ ਦੇ ਦਰੋਗੇ ਨੂੰ ਹੁਕਮ ਦਿੱਤਾ ਕਿ ਵੱਡੀ ਚੌਕਸੀ ਨਾਲ ਉਹਨਾਂ ਦੀ ਖਬਰਦਾਰੀ ਕਰ ਉਸਨੇ ਅਜਿਹਾ ਹੁਕਮ ਪਾ ਕੇ ਉਹਨਾਂ ਨੂੰ ਅੰਦਰਲੇ ਕੈਦਖਾਨੇ ਵਿੱਚ ਸੁੱਟਿਆ ਅਤੇ ਉਹਨਾਂ ਦੇ ਪੈਰੀ ਕਾਟ ਠੋਕ ਦਿੱਤਾ ਪਰ ਅੱਧੀ ਕੁ ਰਾਤ ਨੂੰ ਪੌਲੁਸ ਅਤੇ ਸਿਲਾਸ ਪ੍ਰਾਰਥਨਾ ਕਰਦੇ ਅਤੇ ਪਰਮੇਸ਼ਰ ਦਾ ਭਜਨ ਗਾਉਂਦੇ ਸਨ ਅਤੇ ਕੈਦੀ ਉਹਨਾਂ ਦੀ ਸੁਣਦੇ ਸਨ ਤਾਂ ਅਚਾਨਕ ਇੱਕ ਐਡਾ ਭੁਚਾਲ ਆਇਆ ਜੋ ਕੈਦਖਾਨੇ ਦੀਆਂ ਨੀਆਂ ਹਿੱਲ ਗਈਆਂ ਅਤੇ ਝੱਟ ਸਾਰੇ ਬੂਹੇ ਖੁੱਲ ਗਏ ਅਤੇ ਸਭਨਾਂ ਦੀਆਂ ਬੇੜੀਆਂ ਖੁੱਲ ਗਈਆਂ ਕੈਦਖਾਨੇ ਦਾ ਦਰੋਗਾ ਜਾਗ ਉੱਠਿਆ ਅਤੇ ਜਾ ਕੈਦਖਾਨੇ ਦੇ ਬੂਹੇ ਖੁੱਲੇ ਵੇਖੇ ਤਾਂ ਇਹ ਸਮਝ ਕੇ ਕਿ ਕੈਦੀ ਭੱਜ ਗਏ ਹੋਣੇ ਹਨ ਤਲਵਾਰ ਤੂਈ ਅਤੇ ਆਪ ਨੂੰ ਮਾਰਨ ਲੱਗਾ ਪਰ ਪੌਲੁਸ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਆਖਿਆ
ਜੋ ਆਪ ਨੂੰ ਕੁਝ ਨੁਕਸਾਨ ਨਾ ਪਹੁੰਚਾ, ਹਾਂ। ਕਿਉਂ ਜੇ ਅਸੀਂ ਸਭ ਇੱਥੇ ਹੀ ਹਾਂ। ਹਾਂਜੀ। ਤਦ ਉਹ ਦੀਵੇ ਮੰਗਾ ਕੇ ਅੰਦਰ ਨੂੰ ਦੌੜਿਆ ਅਤੇ ਕੰਮਦਾ ਪੌਲਸ ਅਤੇ ਸਿਲਾਸ ਦੇ ਅੱਗੇ ਡਿੱਗ ਪਿਆ ਹਾਂ। ਅਤੇ ਉਹਨਾਂ ਨੂੰ ਬਾਹਰ ਲਿਆ ਕੇ ਕਿਹਾ, ਹੇ ਮਹਾਪੁਰਖੋ, ਮੈਂ ਕੀ ਕਰਾਂ ਜਿਸ ਤੋਂ ਬਚਾਇਆ ਜਾਵਾਂ। ਹਾਂ। ਉਹਨਾਂ ਆਖਿਆ, ਪ੍ਰਭੂ ਯਿਸੂ ਤੇ ਨੇਚਾ ਕਰ ਤਾਂ ਤੂੰ ਅਤੇ ਤੇਰਾ ਘਰਾਨਾ ਬਚਾਇਆ ਜਾਓਗੇ। ਹਾਂ। ਤਾਂ ਉਹਨਾਂ ਉਸ ਨੂੰ ਅਤੇ ਉਹਨਾਂ ਸਭਨਾਂ ਨੂੰ ਜਿਹੜੇ ਉਸ ਦੇ ਘਰ ਵਿੱਚ ਸਨ ਪ੍ਰਭੂ ਦਾ ਵਚਨ ਸੁਣਾਇਆ। ਹਾਂ। ਅਤੇ ਰਾਤ ਦੀ ਉਸੇ ਘੜੀ ਉਸਨੇ ਉਹਨਾਂ ਨੂੰ ਲੈ ਕੇ ਉਹਨਾਂ ਦੇ ਜ਼ਖਮ ਧੋਤੇ ਜ਼ਖਮ ਧੋਤੇ ਅਤੇ ਉਸਨੇ ਅਤੇ ਉਸਦੇ ਸਾਰੇ ਘਰਦਿਆਂ ਨੇ ਉਸੇ ਵੇਲੇ ਬਪਤਿਸਮਾ ਲਿਆ ਬਪਤਿਸਮਾ ਲਿਆ ਅਤੇ ਉਹਨਾਂ ਨੂੰ ਘਰ ਵਿੱਚ ਲਿਆ ਕੇ ਉਹਨਾਂ ਦੇ ਅੱਗੇ ਭੋਜਨ ਪਰੋਸਿਆ ਅਤੇ ਉਸਨੇ ਪਰਮੇਸ਼ਰ ਦੀ ਪ੍ਰਤੀਤ ਕਰਕੇ ਆਪਣੇ ਸਾਰੇ ਟੱਬਰ ਸਣੇ ਵੱਡੀ ਖੁਸ਼ੀ ਮਨਾਈ। ਹਾਲੇਲੂਇਆ 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 ਹਾਲੇਲੂਇਆ। ਅਸੀਂ ਪਵਿੱਤਰ ਬਾਈਬਲ ਦਾ ਇੱਕ ਲੰਬਾ ਹਿੱਸੇ ਨੂੰ ਅਸੀਂ ਪੜ੍ਹਿਆ ਹੈ। ਇਹ ਮੈਂ ਕਿਉਂ ਪੜ੍ਹਾਇਆ? ਅਸੀਂ ਸਾਰੇ ਇਸ ਗੱਲ ਨੂੰ ਜਾਣਦੇ ਹੋਣਗੇ ਕਿ ਪੌਲਸ ਔਰ ਸਿਲਾਸ ਨੂੰ ਜੇਲ੍ਹ ਦੇ ਵਿੱਚ ਸੁੱਟਿਆ ਗਿਆ। ਲੇਕਿਨ ਜੇਲ੍ਹ ਦੇ ਵਿੱਚ ਸੁੱਟਣ ਦਾ ਕਾਰਨ ਕੀ ਸੀ? ਕਾਰਨ ਇਹ ਸੀ ਜਦ ਖੁਦਾ ਦਾ ਕੰਮ ਵੱਧਦਾ ਹੈ ਜਾਂ ਕੋਈ ਰੂਹ ਪ੍ਰਭੂ ਦੇ ਵਿੱਚ ਆਂਦੀ ਹੈ, ਸ਼ੈਤਾਨ ਕਦੀ ਵੀ ਖੁਸ਼ ਨਹੀਂ ਹੁੰਦਾ ਹੈ ਨਹੀਂ। ਉਸੇ ਫਿਲਿੱਪੀ ਜੋ ਇੱਕ ਰੋਮਨ ਕਾਲੋਨੀ ਸੀ ਜਾਂ ਰੋਮ ਸਰਕਾਰ ਦੇ ਅਧੀਨ ਰੋਮ ਦਾ ਸ਼ਾਸਨ ਉਸ ਫਿਲਿੱਪੀ ਸ਼ਹਿਰ ਦੇ ਉੱਤੇ ਸੀ, ਉਸ ਜਗ੍ਹਾ ਤੋਂ ਲੀਡੀਆ ਨਾਮਕ ਇੱਕ ਵਿਅਕਤੀ ਪ੍ਰਭੂ ਦੇ ਵਿੱਚ ਆਈ ਔਰ ਇਸ ਨੂੰ ਦੇਖ ਕੇ ਸ਼ੈਤਾਨ ਖੁਸ਼ ਨਹੀਂ ਹੋ ਰਿਹਾ। ਸ਼ੈਤਾਨ ਯੋਜਨਾ ਬਣਾਉਣਾ ਸ਼ੁਰੂ ਹੋ ਗਿਆ। ਲੇਕਿਨ ਵਚਨ ਦੇ ਵਿੱਚ ਲਿਖਿਆ ਪੌਲਸ ਔਰ ਸਿਲਾਸ ਪ੍ਰਾਰਥਨਾ ਕਰਨ ਦੇ ਵੇਲੇ ਆਰਾਧਨਾਲय ਦੇ ਵਿੱਚ ਪ੍ਰਾਰਥਨਾ ਕਰਨ ਦੇ ਲਈ ਗਏ ਤਾਂ ਉਹਨਾਂ ਨੂੰ ਇੱਕ ਨਬੀਆ, ਝੂਠੀ ਨਬੀਆ ਉਸ ਜਗ੍ਹਾ 'ਚ ਉਸ ਨੂੰ ਮਿਲ ਗਈ। ਤੇ ਉਹ ਨਬੀਆ ਦਾ ਮੁੱਖ ਕੰਮ ਕੀ ਸੀ? ਭਵਿੱਖਬਾਣੀ ਕਰਨਾ ਔਰ ਆਪਣੇ ਮਾਲਕਾਂ ਦੇ ਲਈ ਪੈਸੇ ਕਮਾਣੇ। ਭਵਿੱਖਬਾਣੀ ਕਰਨਾ और अपने मालका ਔਰ ਆਪਣੇ ਮਾਲਕਾਂ ਦੇ ਲਈ पैसे कमाना। ਆਪਣੇ ਮਾਲਕਾਂ ਦੇ ਲਈ ਪੈਸੇ ਕਮਾਣੇ। ਉਸਨੇ ਦੇਖਿਆ ਪੌਲਸ ਔਰ ਸਿਲਾਸ ਆ ਰਹੇ ਨੇ। ਉਹਨਾਂ ਨੇ ਭਵਿੱਖਬਾਣੀ, ਉਸ ਔਰਤ ਨੇ ਝੂਠੀ ਭਵਿੱਖਬਾਣੀ ਨਹੀਂ, ਸੱਚੀ। ਸ਼ੈਤਾਨ ਦੇਖੋ ਲਿਖਿਆ ਝੂਠ ਦਾ ਪਿਤਾ ਹੈ। ਲੇਕਿਨ ਸ਼ੈਤਾਨ ਦੀ ਇਹੀ ਯੋਜਨਾ ਹੈ, 1 ਮਿੰਟ ਦੇ ਵਿੱਚ ਸੱਚ ਵੀ ਬੋਲੇਗਾ, 1 ਮਿੰਟ ਦੇ ਵਿੱਚ ਝੂਠ ਵੀ ਐਸਾ ਹੀ ਕਰਦਾ ਹੈ। ਸ਼ੈਤਾਨ 1 ਮਿੰਟ ਦੇ ਵਿੱਚ ਰੂਪ ਨੂੰ ਕੀ ਕਰ ਸਕਦਾ ਹੈ? ਬਦਲ ਸਕਦਾ ਹੈ। ਸੋ ਵਚਨ ਦੇ ਵਿੱਚ ਲਿਖਿਆ ਉਸਨੇ ਐਸਾ ਬੋਲਣਾ ਸ਼ੁਰੂ ਕਰਤਾ। ਇਹ ਮਨੁੱਖ ਕੌਣ? ਮਹਾਪਰਮੇਸ਼ਰ ਪੌਲਸ ਅਤੇ ਕਹਿੰਦਾ ਇਹ ਮਨੁੱਖ ਪਰਮ ਪ੍ਰਧਾਨ ਪਰਮੇਸ਼ਰ ਦੇ ਦਾਸ ਹਨ ਜੋ ਸਾਨੂੰ ਉद्धार ਮੁਕਤੀ ਦੇ ਮਾਰਗ ਦੀ ਕਥਾ ਸੁਣਾਉਂਦੇ ਹਨ। ਉਹ ਸੱਚ ਸੀ ਕਿ ਗਲਤ ਸੀ? ਸੱਚ ਸੀ। ਬੋਲੋ ਸੱਚ ਸੀ ਕਿ ਗਲਤ ਸੀ? साक्षी ਸੱਚ ਸੀ। ਲੇਕਿਨ ਪੌਲਸ ਨੇ ਇੱਕ ਵਾਰੀ ਸੁਣਿਆ, ਫਿਰ ਲਿਖਿਆ ਬਹੁਤ ਦਿਨ ਉਹ ਐਸਾ ਹੀ ਕਰਦੀ ਰਹੀ। ਲਿਖਿਆ ਪੌਲਸ ਅੱਕ ਗਿਆ। ਪੌਲਸ ਨੂੰ ਸਮਝ ਆਇਆ ਇਹ ਜੋ ਨਬੂਵਤ ਕਰ ਰਹੀ ਹੈ ਇਹ ਨਬੂਵਤ ਨਹੀਂ ਹੈ, ਇਹ ਸ਼ੈਤਾਨ ਇਹਦੇ ਦੁਆਰਾ ਕੰਮ कर रहा है। ਉਸ ਦੇ ਅੰਦਰ ਪਰਖਣ ਦੀ ਆਤਮਾ ਸੀ। ਕਿਹੜੀ ਆਤਮਾ ਸੀ? ਪਰਖਣ ਦੀ ਇਸ ਲਈ ਵਚਨ ਦੇ ਵਿੱਚ ਲਿਖਿਆ ਹਰ ਇੱਕ ਭਵਿੱਖਬਾਣੀ ਨੂੰ ਤੁਸੀਂ ਪਰਖਣਾ। ਇੱਕ ਪਰਖਣ ਦੀ ਆਤਮਾ ਹੋਣਾ ਬਹੁਤ ਕੀ ਹੈ? ਜ਼ਰੂਰੀ ਹੈ। ਹਾਲੇਲੂਇਆ हालेलुया। ਕੋਈ ਵੀ ਭਵਿੱਖਬਾਣੀ ਪਰਮੇਸ਼ਰ ਦੇ ਵਚਨ ਦੇ ਉਲਟ ਹੋਵੇ ਉਹ ਸਹੀ ਨਹੀਂ ਹੈ। ਕੋਈ ਵੀ ਭਵਿੱਖਬਾਣੀ ਪਰਮੇਸ਼ਰ ਦੇ ਵਚਨ ਦੇ ਉਲਟ ਹੋਵੇ ਉਹ सही नहीं है। ਬੋਲੋ सही नहीं ਉਹ है। ਸਹੀ ਨਹੀਂ ਹੈ। ਵਚਨ ਦੇ ਵਿੱਚ ਇਸ ਪ੍ਰਕਾਰ ਨਾਲ ਲਿਖਿਆ ਉਹ ਨਬੂਵਤ ਕਰ ਰਹੀ ਹੈ। ਪੌਲਸ ਨੂੰ ਸਮਝ ਆਇਆ ਇਹ ਨਹੀਂ ਬੋਲ ਰਹੀ, ਇਹਦੇ ਅੰਦਰ ਇੱਕ ਗੰਦੀ ਬਦਰੂ ਇਸ ਨੂੰ ਬੁਲਵਾ ਰਹੀ ਹੈ। ਕਿਉਂ? ਸੁਣੋ, ਸ਼ੈਤਾਨ ਦਾ ਕੰਮ ਹੈ ਪਹਿਲੇ ਤਾਂ ਚੜਾਓ, ਫਿਰ ਇਹ ਸ਼ੈਤਾਨ ਦੀ ਯੋਜਨਾ ਹੀ ਹੈ ਨਾ। ਕਿਉਂਕਿ ਸ਼ੈਤਾਨ ਨੇ ਯਿਸੂ ਮਸੀਹ ਨੂੰ ਮੰਦਿਰ ਦੇ ਕੰਗੂਰੇ ਤੇ ਉੱਚੇ ਤੇ ਲੈ ਗਿਆ ਔਰ ਉੱਪਰ ਜਾ ਕੇ ਕੀ ਕਹਿ ਰਿਹਾ ਸੀ? ਤੂੰ ਆਪਣੇ ਆਪ ਨੂੰ ਨੀਚੇ ਸੁੱਟ। ਕਿਉਂ? ਕਿਉਂਕਿ ਸਵਰਗਦੂਤ ਆ ਕੇ ਤੈਨੂੰ ਕੀ ਕਰ ਲੈਣਗੇ? चुक लेंगे। He was tempting, ਇੰਗਲਿਸ਼ ਵਿੱਚ ਲਿਖਿਆ he was tempting Jesus। ਉਹ ਪ੍ਰਭੂ ਯਿਸੂ ਮਸੀਹ ਦੀ ਪਰੀਖਿਆ ਕਰ ਰਿਹਾ ਸੀ, ਉਹ ਫੁਲਾ ਰਿਹਾ ਸੀ, ਉਸ ਨੂੰ ਬਹੁਤ ਉੱਚਾ ਕਰ ਰਿਹਾ ਸੀ। ਇੱਕ ਵਾਰੀ ਇੱਕ ਖੁਦਾ ਦਾ ਸੇਵਕ ਸੀ ਡੀਐਲ ਮੂਡੀ, ਉਸ ਦੇ ਬਾਰੇ ਇਸ ਪ੍ਰਕਾਰ ਨਾਲ ਕਿਹਾ। ਇੱਕ ਵਾਰੀ ਉਸਨੇ ਵਚਨ ਸੁਣਾਇਆ, ਲੋਕ ਬਹੁਤ ਪਰਮੇਸ਼ਰ ਦੇ ਵਿੱਚ ਉਸ ਦਿਨ ਕਾਇਲ ਹੋਏ। ਇੱਕ ਬੰਦਾ ਕਲੀਸਿਆ ਦੇ ਵਿੱਚੋਂ ਆਇਆ, ਆ ਕੇ ਕਿਹਾ ਪਾਸਟਰ ਸਾਹਿਬ ਅੱਜ ਤੁਸੀਂ ਬੜਾ ਅੱਛਾ ਵਚਨ ਸੁਣਾਇਆ, ਅੱਜ ਤੁਸੀਂ बड़ा अच्छा वचन सुनाया। ਉਸਨੇ ਕਿਹਾ ਦੂਰ ਹੋ ਜਾ ਸ਼ੈਤਾਨਾ, ਕਿਉਂਕਿ ਥੋੜੀ ਦੇਰ ਪਹਿਲੇ ਸ਼ੈਤਾਨ ਵੀ ਮੇਰੇ ਕੰਨ ਤੇ ਇਹੀ ਗੱਲ ਕਹਿ ਕੇ ਗਿਆ ਸੀ, ਅੱਜ ਤੂੰ ਬੜਾ ਅੱਛਾ ਵਚਨ ਸੁਣਾਇਆ। that is called the spirit of discernment। ਇਸ ਨੂੰ ਕਿਹਾ ਜਾਂਦਾ ਹੈ ਪਰਖਣ ਦੀ ਆਤਮਾ। ਪਰਖਣ ਦੀ ਆਤਮਾ।
उसने झट पहचान लिया ये मैनू बार बार बोल रही है तू प्रभु दा दास है, उधार दा मार्ग दस रहा है। एक बारी होया, दो बारी होया, तीन बारी होया, बार बार बोल रहा है ये नहीं, ये अंदर ये पिछे कोई होर काम कर रहा है। सुनो, शैतान किसी भी रूप दे नाल काम कर सकता है, शैतान किसी नू भी इस्तेमाल कर सकता है। कई बारी शैतान आप प्रकट नहीं होता। उस दिन मैं तुहानू कहा शैतान कदी भी अपने असली स्वरूप दे विच नहीं आएगा। आएगा शैतान जदों हव्वा नू बहकान दे लई आया अपना असली स्वरूप च आया नहीं आया, वो सप दे रूप दे विच आया। शैतान कदी भी अपने असली स्वरूप दे विच नहीं आएगा। शैतान ने दाऊद नू जदों पटकाना सी उसदे मन नू उकसाया लिखिया, ਉਹਦੇ ਮਨ ਨੂੰ ਉਕਸਾਇਆ ਔਰ ਉਸਨੂੰ ਕਿਹਾ ਤੂੰ ਗਿਣਤੀ ਕਰ। ਦੂਸਰੇ ਸ਼ਬਦਾਂ 'ਚ ਜਦ ਤੁਸੀਂ ਹਵਾ ਨੂੰ ਵੀ ਤੁਸੀਂ ਦੇਖੋ ਸ਼ੈਤਾਨ ਨੇ ਹਵਾ ਨੂੰ ਕੀ ਕਿਹਾ ਸੀ ਇਹ ਫਲ ਖਾ ਤੂੰ ਪਰਮੇਸ਼ਰ ਵਰਗੀ ਹੋ ਜਾਏਗੀ। ਪਰਮੇਸ਼ਰ ਵਰਗੀ ਕੀ ਮਤਲਬ ਸੀ? ਫੁਲਾ ਰਿਹਾ, ਕਮਾਂਡ ਲੈ ਕੇ ਆ ਰਿਹਾ। ਕੀ ਲੈ ਕੇ ਆ ਰਿਹਾ ਹੈ? ਕਮਾਂਡ ਲੈ ਸਾਰੇ ਕੇ ਮੇਰੇ ਪਿੱਛੇ ਬੋਲਣਾ ਸ਼ੈਤਾਨ ਕਮਾਂਡ ਲੈ ਕੇ ਆਉਂਦਾ ਹੈ। ਸ਼ੈਤਾਨ ਕਮਾਂਡ ਲੈ ਕੇ ਆਉਂਦਾ ਹੈ। ਕੀ ਲੈ ਕੇ ਆਉਂਦਾ ਹੈ? ਕਮਾਂਡ ਲੈ ਕੇ ਆਉਂਦਾ ਹੈ। ਸੁਣੋ ਇੱਧਰ ਵੀ ਸ਼ੈਤਾਨ पौलुस ਨੂੰ ਕਮਾਂਡ ਲੈ ਕੇ ਆਉਣ ਵਾਲਾ ਸੀ ਕਿ ਤੂੰ ਪਰਮੇਸ਼ਰ ਦਾ ਦਾਸ ਹੈ, ਤੂੰ ਉਧਾਰ ਦਾ ਮਾਰਗ ਦੱਸ ਰਿਹਾ ਹੈ। ਇਹਦੇ ਵਿੱਚ ਕੀ ਗਲਤ ਸੀ? ਕਿਉਂਕਿ ਸ਼ੈਤਾਨ ਜਦ ਸਵਰਗ ਦੇ ਵਿੱਚ ਵੀ ਉਹਨੇ ਇਹੀ ਕੰਮ ਕਰਨ ਆ ਰਿਹਾ ਸੀ। ਉਹ ਸਵਰਗਦੂਤ ਬਣ ਕੇ ਜਦ ਸਵਰਗਦੂਤ ਸੀ, ਦੇਖੋ ਅਸੀਂ ਕਈ ਵਾਰ ਸੋਚਦੇ ਹਾਂ ਸ਼ੈਤਾਨ ਇੱਕਦਮ ਬਣ ਗਿਆ ਹੋਣਾ। ਨੋ, ਸ਼ੈਤਾਨ ਬਣਨ ਤੋਂ ਪਹਿਲਾਂ ਸਵਰਗਦੂਤ ਸੀ। ਕੌਣ ਸੀ? ਸਵਰਗਦੂਤ। ਸਾਰੇ ਬੋਲੋ ਸ਼ੈਤਾਨ ਬਣਨ ਤੋਂ ਪਹਿਲਾਂ ਸ਼ੈਤਾਨ ਬਣਨ ਤੋਂ ਪਹਿਲਾਂ ਉਹ ਸਵਰਗਦੂਤ ਸੀ। ਉਹ ਸਵਰਗਦੂਤ ਸੀ। ਕੌਣ ਸੀ? ਸਵਰਗਦੂਤ ਸੀ। ਕੌਣ ਸੀ? ਸਵਰਗਦੂਤ ਸੀ। ਸਵਰਗਦੂਤ ਸੀ। ਲਿਖਿਆ ਉਸ ਦਾ ਬਹੁਤ ਖੂਬਸੂਰਤ ਸੀ, ਮਹਿਮਾ ਦੇ ਨਾਲ ਭਰਿਆ ਸੀ ਔਰ ਉਸ ਦੇ ਅੰਦਰ ਕਈ ਸਾਰੇ ਹੋਰ ਵੀ ਦੂਤ ਸਨ। ਠੀਕ ਹੈ, ਲੇਕਿਨ ਉਹ ਆਪਣੀ ਖੂਬਸੂਰਤੀ ਆਪਣੇ ਉਸ ਪ੍ਰਤਾਪ ਦੇ ਕਮਾਂਡ ਦੇ ਵਿੱਚ ਆ ਕੇ ਕਿਹਾ ਮੈਂ ਪਰਮੇਸ਼ਰ ਦੇ ਸਿੰਘਾਸਨ ਤੋਂ ਵੀ ਉੱਪਰ ਜਾ। ਕਮਾਂਡ। ਫਿਰ ਖੁਦਾ ਨੇ ਉਸ ਨੂੰ ਕੀ ਕੀਤਾ? ਨੀਚੇ ਸੁੱਟਿਆ। ਸ਼ੈਤਾਨ ਨੇ ਸਵਰਗ ਦੇ ਵਿੱਚ ਵੀ ਇਹੀ ਯੋਜਨਾ ਬਣਾਈ ਸੀ ਮੈਂ ਤਾਂ ਜਾਣਾ। ਜੋ ਕੋਈ ਵੀ ਆਪਣੇ ਆਪ ਨੂੰ ਤਾਂ ਕਰਦਾ ਹੈ ਪਰਮੇਸ਼ਰ ਉਸ ਨੂੰ ਨੀਵਾਂ ਵੀ ਕਰਦਾ ਹੈ। ਹਾਲੇਲੂਇਆ। ਇਸ ਲਈ ਵਚਨ ਦੇ ਵਿੱਚ ਕੀ ਲਿਖਿਆ? ਤੁਸੀਂ ਖੁਦਾ ਦੇ ਅੱਗੇ ਨੀਵੇਂ ਬਣੋ ਤਾਂ ਉਹ ਵੇਲੇ ਸਿਰ ਤੁਹਾਨੂੰ ਉੱਚਿਆ ਕਰੇਗਾ। ਸਮਝ ਰਹੇ ਹੋ? ਜਦ ਵੀ ਕਈ ਵਾਰੀ ਸਾਡੇ ਮਨ ਦੇ ਵਿੱਚ ਐਸਾ ਸ਼ੈਤਾਨ ਖਿਆਲ ਲਿਆਉਂਦਾ ਅੱਜ ਤੂੰ ਬੜਾ ਵਧੀਆ ਗੀਤ ਗਾਇਆ, ਅੱਜ ਤੂੰ ਬੜਾ ਵਧੀਆ ਗੀਤ, ਅੱਜ ਤੂੰ ਇੰਨੀ ਵਧੀਆ ਸਫਾਈ ਕੀਤੀ ਕਿਸੇ ਨੇ ਵੀ ਨਹੀਂ ਕੀਤੀ ਹੋਣੀ। ਆਮੀਨ। ਸ਼ੈਤਾਨ ਕੀ ਲੈ ਕੇ ਆਉਂਦਾ? ਕਮਾਂਡ ਲੈ। ਸੁਣ ਨਹੀਂ ਰਹੇ, ਸੋਣਾ ਨਹੀਂ ਹੈ। ਸ਼ੈਤਾਨ ਸੌਣ ਵਾਲਿਆਂ ਦੇ ਵਿੱਚ ਆਏਗਾ, ਸੋਣਾ ਨਹੀਂ ਹੈ। ਸ਼ੈਤਾਨ ਦੀ ਯੋਜਨਾ ਹੈ, ਸ਼ੈਤਾਨ ਦੀ ਯੋਜਨਾ ਹੈ। ਸਾਰੇ ਚਾਹ ਬਣਾਉਂਦੇ ਅੱਜ ਤੂੰ ਕੌਫੀ ਪਿਲਾਏਗੀ। ਸ਼ੈਤਾਨ ਦੀ ਬੋਲੋ ਸਾਡੇ ਮਨ ਨੂੰ ਕੀ ਕਰੇਗਾ? ਫੁਲਾਏਗਾ। ਅਸੀਂ ਵੇਟ ਕਰਾਂਗੇ ਮੈਂ ਇਹ ਕੰਮ ਕੀਤਾ ਕੋਈ ਮੈਨੂੰ ਆ ਕੇ ਸ਼ਾਬਾਸ਼ 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 ਸ਼ਾਬਾਸ਼। ਉਹ ਸ਼ਾਬਾਸ਼ੀ ਤੁਹਾਨੂੰ ਥੱਲੇ ਲੈ ਕੇ ਜਾਏਗੀ। ਉਹ ਸ਼ਾਬਾਸ਼ੀ ਤੁਹਾਨੂੰ ਉਸ ਵੇਲੇ ਤੇ ਕਹਿਣਾ ਲੈਟ ਮੀ ਹੈਵ ਅ ਸਪਿਰਿਟ ਆਫ ਡਿਸਰਨਮੈਂਟ। ਮੈਨੂੰ ਉਸ ਵੇਲੇ ਖੁਦਾਵੰਦ ਤੋਂ ਮੈਨੂੰ ਪਰਖਣ ਦੀ ਆਤਮਾ ਦੇ। ਕਿਹੜੀ ਆਤਮਾ ਦੇ? ਪਰਖਣ ਦੀ ਆਤਮਾ। ਉਹ ਪੌਲੁਸ ਔਰ ਸਿਲਾਸ ਨੇ ਜਾਣ ਲਿਆ ਇਹ ਖੁਦਾ ਦੇ ਵੱਲੋਂ ਨਹੀਂ ਬੋਲ ਰਿਹਾ, ਇਹਦੇ ਅੰਦਰ ਕੋਈ ਹੋਰ ਬਦਰੂ ਹੈ। ਇਹਦੇ ਅੰਦਰ ਕੋਈ ਬਦਰੂ ਹੈ। ਇਹਦੇ ਅੰਦਰ ਕੋਈ ਹੋਰ ਬਦਰੂ ਕੰਮ ਕਰ ਰਹੀ ਹੈ। ਲਿਖਿਆ ਜਦ ਉਸਨੇ ਡਾਂਟਿਆ ਉਹਦੇ ਅੰਦਰੋਂ ਦੁਸ਼ਟ ਆਤਮਾ ਨਿਕਲ ਗਈ। ਧੰਦਾ ਕਿਹਦਾ ਬੰਦ ਹੋ ਗਿਆ? ਉਹਦੇ ਮਾਲਕਾਂ ਦਾ। ਉਹ ਔਰਤ ਬਿਲਕੁਲ ਨਾਰਮਲ ਹੋ ਗਈ। ਉਹ ਔਰਤ ਬਿਲਕੁਲ ਨਾਰਮਲ ਹੋ ਗਈ। ਸ਼ੈਤਾਨ ਕਦੀ ਵੀ ਤੁਹਾਨੂੰ ਨਾਰਮਲ ਦੇਖਣਾ ਨਹੀਂ ਪਸੰਦ ਕਰੇਗਾ। ਸਮਝ ਰਹੇ ਹੋ? ਜਦੋਂ ਉਸ ਲਸ਼ਕਰ ਦੇ ਨਾਲ ਜਕੜਿਆ ਵਿਅਕਤੀ ਜਦੋਂ ਕਬਰਾਂ 'ਚ ਰਹਿੰਦਾ ਸੀ, ਪਹਾੜਾਂ 'ਤੇ ਫਿਰਦਾ ਸੀ, ਨੰਗਾ ਸੀ, ਹੋਸ਼ ਦੇ ਵਿੱਚ ਨਹੀਂ ਸੀ, ਲੋਕਾਂ ਨੂੰ ਕੋਈ ਪਰਵਾਹ ਨਹੀਂ। ਲੇਕਿਨ ਜਦ ਸ਼ੈਤਾਨ ਉਸ ਦੇ ਵਿੱਚੋਂ ਨਿਕਲ ਗਿਆ, ਲਿਖਿਆ ਆਪਣੀ ਹੋਸ਼ 'ਚ ਆਇਆ, ਸੁਰਤ ਸੰਭਾਲੀ, ਉਸਨੇ ਕੱਪੜੇ ਪਹਿਨੇ, ਦੂਸਰੇ ਸ਼ਬਦਾਂ 'ਚ ਨਾਰਮਲ ਹੋ ਗਿਆ। ਔਰ ਸ਼ੈਤਾਨ ਕਦੀ ਵੀ ਸਾਨੂੰ ਨਾਰਮਲ ਨਹੀਂ ਹੋਣ ਦਿੰਦਾ, ਨਹੀਂ ਬਣਾਏਗਾ। ਉਹ ਕਹੇਗਾ ਤੁਸੀਂ ਨਾਰਮਲ ਨਹੀਂ ਹੋਣਾ। ਤੁਸੀਂ ਸਾਰੇ ਇਸ ਜਗ੍ਹਾ ਦੇ ਵਿੱਚ ਬੈਠੇ ਹੋ, ਪਹਿਲੇ ਅਸੀਂ ਨਾਰਮਲ ਨਹੀਂ ਸੀ। ਪਹਿਲੇ ਅਸੀਂ ਸਭ ਅਬ ਨਾਰਮਲ ਹਰਕਤਾਂ ਹੀ ਕਰਦੇ ਸਾਂ, ਪਹਿਲੇ ਅਸੀਂ ਸਭ ਉਲਟਾ ਹੀ ਚੱਲਦੇ ਸਾਂ। ਲੇਕਿਨ ਯੀਸ਼ੂ ਆਇਆ, ਯੀਸ਼ੂ ਆਇਆ, ਮੈਨੂੰ ਨਾਰਮਲ ਬਣਾਇਆ। ਹਾਲੇਲੂਇਆ। ਯੀਸ਼ੂ ਆਇਆ, ਯੀਸ਼ੂ ਦਾ ਨਾਮ ਮੈਨੂੰ ਮਿਲਿਆ, ਮੇਰਾ ਜੀਵਨ ਬਦਲ ਗਿਆ। ਹਾਲੇਲੂਇਆ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਜਦ ਮੈਂ ਤੁਹਾਨੂੰ ਪਹਿਲੇ ਕਿਹਾ ਜਦ ਵੀ ਕੋਈ ਵਿਅਕਤੀ ਪ੍ਰਭੂ ਨੂੰ
ਕਬੂਲ ਕਰਦਾ ਹੈ, ਸ਼ੈਤਾਨ ਕਦੀ ਵੀ ਖੁਸ਼ ਨਹੀਂ ਔਰ ਹੁੰਦਾ ਵਚਨ ਦੇ ਵਿੱਚ ਇਸ ਪ੍ਰਕਾਰ ਨਾਲ ਲਿਖਿਆ, ਉਧਰ ਦੇ ਜਿਹੜੇ ਮਾਲਕ ਸਨ, ਜਿਹੜੇ ਲੋਕ ਉਸ ਔਰਤ ਦੇ ਜਿਸ ਨੂੰ ਉਹ ਪੈਸਾ ਕਮਾ ਕੇ ਦਿੰਦੇ ਸੀ, ਉਸੇ ਵੇਲੇ ਉਸ ਬੰਦਿਆਂ ਨੇ ਦੇਖਿਆ ਸਾਡੀ ਕਮਾਈ ਬੰਦ ਹੋ ਗਈ ਕੀ ਹੋ ਗਈ ਹੈ, ਬੰਦ ਹੋ ਗਈ। ਉਹਨਾਂ ਨੇ ਫੜ ਕੇ ਇਹਨਾਂ ਨੂੰ ਚੌਂਕ ਤੇ ਖੜਾ ਕੀਤਾ ਔਰ ਉਹਨਾਂ ਨੂੰ ਇਲਜ਼ਾਮ ਲਗਵਾ ਕੇ ਕਿ ਇਹ ਸਾਡੀ ਰੀਤ ਦੇ ਅਨੁਸਾਰ ਨਹੀਂ ਬੋਲਦੇ, ਇਹ ਪੁੱਠੀ ਹੋਰ ਹੀ ਕੋਈ ਰੀਤ ਲੈ ਕੇ ਆਏ ਨੇ। ਸੁਣਨਾ, ਪੌਲੁਸ ਇੱਕ ਰੋਮੀ ਸਿਟੀਜ਼ਨ ਸੀ ਔਰ ਉਹ ਗਿਆ ਵੀ ਕਿੱਧਰ ਸੀ, ਰੋਮ ਦੇ ਇਲਾਕੇ ਦੇ ਵਿੱਚ ਹੀ ਗਿਆ ਸੀ, ਲੇਕਿਨ ਉਸਨੇ ਆਪਣੀ ਆਈਡੈਂਟਿਟੀ, ਆਪਣੀ ਪਹਿਚਾਣ ਛੁਪਾ ਕੇ ਰੱਖਿਆ। ਉਹਨੇ ਦੱਸਿਆ ਨਹੀਂ, ਹੁਣ ਤੱਕ ਨਹੀਂ ਦੱਸਿਆ ਕਿ ਮੈਂ ਕੌਣ ਹਾਂ। ਸਮਝ ਲਓ ਇੱਕ ਅਮਰੀਕਾ ਦਾ ਨਾਗਰਿਕ ਹੈ, ਤੁਹਾਡੇ ਇੱਧਰ ਆਇਆ, ਕੋਈ ਹੱਥ ਪਾ ਸਕਦਾ ਉਹਨੂੰ ਛੇਤੀ? ਪੁਲਿਸ ਵਾਲੇ ਵੀ ਉਹਨੂੰ ਹੱਥ ਪਾਉਣ ਦੇ ਵਿੱਚ 100 ਵਾਰੀ ਸੋਚਣਗੇ ਇਹ ਅਮਰੀਕਨ ਸਿਟੀਜ਼ਨ ਹੈ, ਇਹਦੇ ਨਾਲ ਕੁਝ ਪੰਗਾ ਲਿਆ, ਉਹਨਾਂ ਨੇ, ਸਰਕਾਰ ਨੇ ਸਾਨੂੰ ਫੜ ਲੈਣਾ, 100 ਵਾਰੀ ਸੋਚਣਗੇ। ਇਸੇ ਪ੍ਰਕਾਰ ਨਾਲ ਉਧਰ ਦਾ ਉਸ ਵੇਲੇ ਦਾ ਕੋਈ ਕਹਿੰਦਾ ਸੀ ਕਿ ਮੈਂ ਰੋਮ ਸਿਟੀਜ਼ਨ ਹਾਂ, ਮੈਂ ਰੋਮੀ ਸਿਟੀਜ਼ਨ ਹਾਂ, ਬੜਾ ਵੈਲਿਊ ਸੀ ਉਹਦਾ, ਜੋ ਭਾਵੇਂ ਜਿੱਧਰ ਮਰਜ਼ੀ ਦੁਨੀਆ ਦੇ ਵਿੱਚ ਚਲੇ ਜਾਏ ਉਹਨੂੰ ਕੋਈ ਹੱਥ ਨਹੀਂ ਸੀ ਪਾ ਸਕਦਾ, ਜਲਦੀ ਇਸ ਨੂੰ ਕਾਨੂੰਨ ਦੇ ਵਿੱਚ ਫਸਾ ਨਹੀਂ ਸੀ ਸਕਦੇ, ਕਿਉਂਕਿ ਉਹਦਾ ਪਾਸਪੋਰਟ, ਉਹਦਾ ਸਿਟੀਜ਼ਨਸ਼ਿਪ ਬੜਾ ਮੁੱਲਵਾਨ ਸੀ, ਬੜਾ ਵੈਲਿਊ ਵਾਲਾ ਬੰਦਾ ਸੀ। ਕੌਣ? ਪੌਲੁਸ, ਇੱਕ ਬਹੁਤ ਉੱਚ ਵੈਲਿਊ ਰੱਖਣ ਵਾਲਾ ਬੰਦਾ। ਉਹਨੇ ਆਪਣੇ ਆਪ ਨੂੰ ਛੁਪਾ ਕੇ ਰੱਖਿਆ। ਵਚਨ 'ਚ ਲਿਖਿਆ ਉਸ ਨੂੰ ਬੈਂਤ ਮਰਵਾਏ, ਕੱਪੜੇ ਫਾੜਤੇ, ਦੋਵਾਂ ਨੂੰ। ਕਿਹਨਾਂ ਨੂੰ? ਪੌਲੁਸ ਅਤੇ ਸਿਲਾਸ। ਓ ਪੌਲੁਸ ਔਰ ਸਿਲਾਸ ਦੇ ਕੱਪੜੇ ਫਾੜਤੇ। ਵਚਨ 'ਚ ਲਿਖਿਆ ਔਰ ਉਹਨਾਂ ਨੇ ਕੱਪੜੇ ਫਾੜ ਕੇ ਉਤਾਰ ਦਿੱਤੇ, ਉਹਨਾਂ ਨੂੰ ਬੈਂਤ ਮਾਰਨ ਦੀ ਹੁਕਮ ਦਿੱਤੀ, ਬਹੁਤ ਬੈਂਤ ਲਗਵਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟਤਾ ਔਰ ਲਿਖਿਆ ਦਰੋਗਾ ਨੂੰ ਹੁਕਮ ਦਿੱਤਾ ਇਹਨਾਂ ਦੀ ਚੌਕਸੀ ਕਰਨਾ। ਕੀ ਕਰਨਾ? ਚੌਕਸੀ ਮੈਂ ਕਰਨਾ। ਇਸ ਵੇਲੇ ਸੋਚਦਾ ਸਿਲਾਸ ਦੇ ਮਨ ਦੇ ਵਿੱਚ ਕੀ ਖਿਆਲ ਆਉਂਦੇ ਹੋਣੇ? What might be Silas thinking? ਸਿਲਾਸ ਕੀ ਸੋਚਦਾ ਹੋਣਾ? ਕਹਿੰਦਾ ਹੋਣਾ ਪੌਲੁਸ ਬਰਨਾਬਾਸ ਨੂੰ ਲੈ ਜਾਂਦਾ ਚੰਗਾ ਸੀ, ਮੈਨੂੰ ਇਹ ਵੀ ਲੈ ਦਿੱਤਾ ਨਾਲ। ਜਾਂ ਦੂਸਰੇ ਬੰਨੇ ਕਹਿੰਦਾ ਹੋਣਾ ਪੌਲੁਸ ਭੂਤ ਨਾ ਹੀ ਕੱਢਦਾ ਤੇ ਚੰਗਾ ਸੀ, ਨਾ ਤੈਨੂੰ ਵੱਜਦੀਆਂ ਨਾ ਮੈਨੂੰ ਨਾ ਮੈਨੂੰ ਵੱਜਦੀਆਂ। ਸਿਲਾਸ ਨੇ ਕਿਹਾ, ਬੋਲੋ, ਨਹੀਂ ਸਿਲਾਸ ਨੇ ਕੋਈ ਗੱਲ ਕੀਤੀ? ਨਹੀਂ। ਉਸ ਵੇਲੇ ਜਦੋਂ ਪੌਲੁਸ ਡਾਂਟ ਰਿਹਾ ਸੀ, ਸ਼ੈਤਾਨ ਕੱਢ ਰਿਹਾ ਸੀ, ਸਿਲਾਸ ਉਹਦੀ ਬਾਂਹ ਫੜ ਕੇ ਕਹਿੰਦਾ, ਭਾਵੇਂ ਸੋਚ ਵੀ ਸਕਦਾ ਹੈ, ਨਾ ਰਹਿਣ ਦੇ ਰਹਿਣ ਦੇ ਰਹਿਣ ਦੇ ਰਹਿਣ ਦੇ, ਅਸੀਂ ਸਿਰਫ ਸੁਸਮਾਚਾਰ ਸੁਣਾਉਣ ਦੇ ਲਈ ਆਏ ਹਾਂ, ਭੂਤਾਂ ਨੂੰ ਕੱਢਣ ਦਾ ਹੁਕਮ ਸਾਨੂੰ ਨਹੀਂ ਹੈ। ਰਹਿਣ ਦਿਓ ਰਹਿਣ ਦਿਓ, ਵਚਨ ਸੁਣਾਈਏ ਗਾਂ ਚਲੀਏ, ਵਚਨ ਸੁਣਾਈਏ ਗਾਂ ਚਲੀਏ। ਲੇਕਿਨ ਸਿਲਾਸ ਨੇ ਆਪਣੇ ਆਪ ਨੂੰ ਪੌਲੁਸ ਦੇ ਅੰਡਰ ਕੀਤਾ। ਉਹ ਜਾਣਦਾ ਸੀ, ਐਕਸਪੀਰੀਅੰਸ ਬੰਦਾ ਹੈ, ਉਸ ਨੂੰ ਪਤਾ ਸੀ ਖੁਦਾ ਨੇ ਜਿਸ ਕੰਮ ਦੇ ਲਈ ਬੁਲਾਇਆ ਮੈਂ ਇਹਦਾ ਸਾਥ ਦੇਣਾ ਹੈ। ਹਾਲੇਲੂਇਆ। ਮੈਂ ਇਹਦਾ ਕੀ ਦੇਣਾ ਹੈ? ਸਾਥ ਇਸ ਨੂੰ ਦੇਣਾ। ਬੱਚੇ ਚਲ ਗਿਆ, ਇੱਕ ਨਾਲੋਂ ਦੋ ਚੰਗੇ ਨੇ, ਇੱਕ ਨਾਲੋਂ ਦੋ ਚੰਗੇ ਨੇ, ਇੱਕ ਨਾਲੋਂ ਦੋ, ਚੰਗੇ ਸਾਰੇ ਬੋਲੋ ਇੱਕ ਨਾਲੋਂ ਦੋ ਚੰਗੇ ਹਨ। ਇੱਕ ਨਾਲੋਂ ਦੋ ਚੰਗੇ ਹਨ। ਲੇਕਿਨ ਕਿਹੜੇ ਚੰਗੇ ਹਨ? ਆਤਮਿਕ ਲੋਕ। ਇੱਕ ਨਾਲੋਂ ਦੋ ਆਤਮਿਕ ਲੋਕ ਹੀ ਨੇ ਚੰਗੇ ਨੇ। ਇੱਕ ਸਾਈਕਲ ਦੇ ਦੋਵੇਂ ਪਹੀਏ ਬਰਾਬਰ ਦੇ ਹੁੰਦੇ ਬੜਾ ਵਧੀਆ, ਇੱਕ ਛੋਟੇ ਸਾਈਕਲ ਦਾ ਲਾ ਦਿਓ, ਇੱਕ ਵੱਡੇ ਸਾਈਕਲ ਦਾ ਲਾ ਲਓ, ਹੈ ਨਹੀਂ ਚੱਲੇਗਾ। ਸਹੀ ਚੱਲ ਪਏਗਾ ਪਰ ਸਹੀ। ਸੋ ਪੌਲੁਸ ਨੇ ਜਾਣ ਲਿਆ ਮੈਂ ਇਸ ਮਿਸ਼ਨਰੀ ਯਾਤਰਾ ਦੇ ਵਿੱਚ ਕਰਨਾ ਹੈ, ਮੇਰੇ ਨਾਲ ਸਵਾਰੀ ਕੌਣ ਕਰੇਗਾ? ਉਹੀ ਬੰਦਾ ਜਿਹੜਾ ਆਤਮਿਕ ਰੂਪ ਦੇ ਨਾਲ ਮੇਰੀ ਗੱਲ ਨੂੰ ਸਮਝ ਰਿਹਾ ਹੈ। ਹਾਲੇਲੂਇਆ 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 ਹਾਲੇਲੂਇਆ। ਪਵਿੱਤਰ ਵਚਨ 'ਚ ਲਿਖਿਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟਿਆ ਗਿਆ। 25 ਆਇਤ ਨੂੰ ਪੜੋ, ਕੀ ਲਿਖਿਆ ਹੈ? ਪਰ ਅੱਧੀ ਕੁ ਰਾਤ ਨੂੰ ਪੌਲੁਸ ਅਤੇ ਸਿਲਾਸ ਪ੍ਰਾਰਥਨਾ ਕਰਦੇ ਅਤੇ ਪਰਮੇਸ਼ਰ ਦਾ ਭਜਨ ਗਾਉਂਦੇ ਸਨ ਔਰ ਕੈਦੀ ਉਹਨਾਂ ਦੀ ਸੁਣਦੇ ਸਨ। ਲਿਖਿਆ ਇਹ ਜੇਲ੍ਹ ਦੇ ਵਿੱਚ ਨੇ। ਕਿੱਧਰ ਨੇ? ਜੇਲ੍ਹ ਦੇ ਵਿੱਚ। ਅੱਜ ਅਸੀਂ ਸੁਣਾਂਗੇ ਇਸ ਵਿਸ਼ੇ ਦੇ ਉੱਤੇ, ਸਟਾਰਟ ਵਰਸ਼ਿਪਿੰਗ ਰਾਦਰ ਦੈਨ ਵਰਿੰਗ। ਚਿੰਤਾ ਕਰਨ ਦੇ ਬਜਾਏ ਪਰਮੇਸ਼ਰ ਦੀ ਆਰਾਧਨਾ ਕਰੀਏ। ਹਾਲੇਲੂਇਆ। ਚਿੰਤਾ ਕਰਨ ਦੇ ਬਜਾਏ ਪਰਮੇਸ਼ਵਰ ਦੀ ਆਰਾਧਨਾ ਕਰੋ। ਪਰਮੇਸ਼ਰ ਦੀ। ਸਿਲਾਸ ਦੇ ਪਰਸਪੈਕਟਿਵ ਤੋਂ ਸੋਚੋ, ਉਹ ਸੋਚ ਸਕਦਾ ਹੈ ਖਾਮਾ ਖਾ ਰਗੜਾ ਗਿਆ, ਐਵੇਂ ਹੀ ਰਗੜਿਆ ਗਿਆ। ਸਿਲਾਸ ਉਸ ਨੂੰ ਡਾਊਨ ਕਰ ਸਕਦਾ ਸੀ, ਸਿਲਾਸ ਉਸ ਨੂੰ ਨੀਵਾਂ ਕਰ ਸਕਦਾ ਸੀ, ਲੇਕਿਨ ਸਿਲਾਸ ਨੇ ਚੁੱਪ ਰਹਿ ਕੇ ਪੌਲੁਸ ਨਾਲ ਉਹ ਵੀ ਆਰਾਧਨਾ ਸ਼ੁਰੂ ਕਰ ਦਿੱਤਾ। ਪ੍ਰੇਜ਼ ਦ ਲਾਰਡ। ਹਾਲੇਲੂਇਆ ਹਾਲੇਲੂਇਆ। ਹਾਲੇਲੂਇਆ। ਅੱਧੀ ਕੁ ਰਾਤ ਦੇ ਵੇਲੇ ਪੌਲੁਸ ਔਰ ਸਿਲਾਸ ਕੀ ਕਰ ਰਹੇ ਨੇ? ਆਰਾਧਨਾ ਕਰ ਰਹੇ, ਪ੍ਰਾਰਥਨਾ ਕਰ ਰਹੇ ਨੇ ਔਰ ਪਰਮੇਸ਼ਰ ਦੇ ਭਜਨ ਗਾ ਰਹੇ ਸਨ। ਸੁਣੋ,
ਇੰਗਲਿਸ਼ ਦਾ ਇੱਕ ਵਰਡ ਅਸੀਂ ਸੁਣਦੇ ਹਾਂ ਸਾਰੇ, ਵਰਸ਼ਿਪ। ਸੁਣਦੇ ਹਨ, ਅਸੀਂ ਕਹਿੰਦੇ ਆਓ ਅਸੀਂ ਵਰਸ਼ਿਪ ਕਰੀਏ, ਵਰਸ਼ਿਪ ਕਰੀਏ। ਵਰਸ਼ਿਪ ਦਾ ਅਸਲੀ ਅਰਥ ਕੀ ਹੈ? ਪੜੋ ਮੱਤੀ 4 ਉਹਦੀ 10 ਆਇਤ, ਮੱਤੀ ਦੀ ਅੰਜੀਲ, ਮੈਥਿਊ ਚੈਪਟਰ 4 ਵਰਸ 10, ਮੱਤੀ 4 ਦੀ 10 ਪੜਾਂਗੇ। ਉੱਥੇ ਆਰਾਧਨਾ ਦਾ ਅਸਲੀ ਅਰਥ ਉਸ ਜਗ੍ਹਾ ਦੇ ਵਿੱਚ ਲਿਖਿਆ ਹੈ, ਪੜੋ। तब यीशु ने उससे कहा, हे शैतान दूर हो जा, क्योंकि लिखा है तू प्रभु अपने परमेश्वर को प्रणाम कर। ਤੂੰ ਪ੍ਰਭੂ ਆਪਣੇ ਪਰਮੇਸ਼ਰ को प्रणाम कर ਪੰਜਾਬੀ ਚ ਕੀ ਲਿਖਿਆ? ਮੱਥਾ ਟੇਕ। ਮੱਥਾ ਟੇਕ। हाँ आगे। और केवल उसी की उपासना कर। और केवल उसी की उपासना कर। पंजाबी च क्या लिखा? उपासना। उपासना। इंग्लिश से लिखा bow down before him and serve him only. What is worship? Bowing before him and serving him only. आराधना का की अर्थ है? सिर्फ सच्चे दा परमेश्वर दा अगे झुकना और सिर्फ उसे दी ही सेवा करना। आराधना का अर्थ की है? परमेश्वर दा अगे झुकना और उसे दी ही ਆਰਾਧਨਾ ਕਰਨਾ। सारे मेरे पीछे बोलांगे। आराधना का अर्थ है ਆਰਾਧਨਾ ਦਾ ਅਰਥ ਹੈ परमेश्वर के अगे झुकना ਪਰਮੇਸ਼ਰ ਦੇ ਅੱਗੇ ਝੁਕਣਾ और उसे दी ही सेवा करना। ਔਰ ਉਸੇ ਦੀ ਸੇਵਾ ਕਰਨਾ। परमेश्वर के अगे ही झुकना ਪਰਮੇਸ਼ਰ ਦੀ ਸੇਵਾ ਕਰਨਾ। और उसे दी ही ਸੇਵਾ ਕਰਨਾ। आराधना ये आराधना। वर्शिपिंग हिम ओनली, सर्विंग हिम ओनली, bowing before him only, serving him only। पौलुस और सिलास ਅੱਧੀ ਕਿ ਰਾਤ ਦੇ ਵੇਲੇ ਜੇਲ੍ਹ ਦੇ ਵਿੱਚ ਕੀ ਕਰ ਰਹੇ ਨੇ? ਆਰਾਧਨਾ ਕਰ ਰਹੇ। ਅੱਛਾ, ਅਸੀਂ ਪੜ੍ਹਨਾ ਬੜਾ ਆਸਾਨ ਹੈ। ਜੇਲ੍ਹ ਦੇ ਵਿੱਚ ਕੁੱਟ ਖਾਧੀ ਹੋਵੇ, ਮਾਰ ਖਾਧੀ ਹੋਵੇ, ਉਹ ਤੇ ਆਪਣੇ ਗਿੰਦੇ ਹੋਣੇ ਆ। ਮੇਰੇ ਲੱਤ 'ਚ 1 ਵੱਜੀ ਸੀ, ਲੱਕ 'ਚ 1 ਵੱਜੀ ਸੀ, ਸਿਰ ਤੇ ਬੜੀ ਜ਼ੋਰ ਦੀ ਮਾਰੀ ਸੀ। ਅਸੀਂ ਰਿਕਾਰਡ ਰੱਖ ਸਕਦੇ ਹਾਂ। ਦੂਸਰੀ ਗੱਲ, ਜੇਲ੍ਹ ਜਿਹੜੀ ਹੈ ਉਹ ਤੇ ਬੜਾ ਸ਼ੋਰਗੁਲ ਵਾਲੀ ਜਗ੍ਹਾ ਹੈ। ਕਿਸ ਤਰ੍ਹਾਂ ਪਤਾ ਲੱਗਦਾ ਹੈ? ਕਿਉਂਕਿ ਲਿਖਿਆ ਜੇਲ੍ਹ ਦੇ ਵਿੱਚ ਹਾਕਮ ਦਰੋਗਾ ਸੋ ਗਿਆ, ਕੈਦੀ ਨਹੀਂ ਸੁੱਤੇ। ਕੈਦੀ नहीं सुते। ਉਹ ਤੇ ਕਹਿੰਦੇ ਨੇ ਨਵਾਂ ਬੰਦਾ ਆ ਗਿਆ। ਉਹ ਭਾਵੇਂ ਸੋਚਦੇ ਹੋਣੇ ਇਹਨੂੰ ਪੁੱਛੀਏ ਤੇ ਸਹੀ, ਭਾਈ ਤੂੰ ਸਾਡੇ ਵਰਗਾ ਕਿਵੇਂ ਬਣ ਗਿਆ? ਤੇਰੇ ਤੇ ਕੀ ਇਲਜ਼ਾਮ ਲੱਗੇ? ਤੂੰ ਦੱਸ ਦੇ ਸਹੀ, ਤੇਰੇ ਨਾਲ ਹੋਇਆ ਕੀ ਕੁਛ ਹੈ? ਲੇਕਿਨ ਪੌਲੁਸ ਨਾ ਤੇ ਆਪਣੇ ਜ਼ਖਮ ਗਿਨੇ, ਪੌਲੁਸ ਸਿਲਾਸ ਨੇ ਨਾ ਤੇ ਮਾਰਨ ਵਾਲਿਆਂ ਨੂੰ ਵੇਖਿਆ, ਪੌਲੁਸ ਸਿਲਾਸ ਨੇ ਨਾ ਤੇ ਉਹਨਾਂ ਦੇ ਨਾਲ ਆਪਣਾ ਸਮਾਂ ਬਰਬਾਦ ਕਰ ਰਹੇ ਸਨ, ਲੇਕਿਨ ਉਸੇ ਵੇਲੇ ਉਹ ਪਰਮੇਸ਼ਰ ਦੀ ਆਰਾਧਨਾ ਕਰਨਾ ਸ਼ੁਰੂ ਕਰ ਦਿੱਤਾ। हालेलुया। ਹਾਲੇਲੂਇਆ। ਵੈਨ ਯੂ ਆਰ ਇਨ ਪੇਨ, ਜਦ ਤੁਸੀਂ ਦਰਦ ਦੇ ਵਿੱਚ ਹੋ, ਕੀ ਤੁਸੀਂ ਆਪਣੇ ਉਸ ਸੱਟ ਨੂੰ ਗਿਣਦੇ ਹੋ? ਕੀ ਤੁਸੀਂ ਉਹ ਲੋਕ ਜਿਨ੍ਹਾਂ ਨੇ ਤੁਹਾਨੂੰ ਸੱਟਾਂ ਮਾਰੀਆਂ ਉਹਨਾਂ ਨੂੰ ਦੇਖਦੇ ਹੋ? ਕੀ ਤੁਸੀਂ ਉਹਨਾਂ ਲੋਕਾਂ ਦੇ ਜ਼ਖਮਾਂ ਨੂੰ ਯਾਦ ਕਰਦੇ ਹੋ ਕਿ ਉਹ ਨਾ ਹੁੰਦਾ ਤੇ ਮੈਨੂੰ ਵਜਨੀ ਨਹੀਂ ਸੀ, ਉਹ ਨਾ ਹੁੰਦਾ ਤੇ ਇਹ ਕੰਮ ਨਹੀਂ ਸੀ ਹੋਣਾ? ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਖੂਬਸੂਰਤ ਗੀਤ ਦਿਨ ਦੇ ਵੇਲੇ ਨਹੀਂ, ਖੂਬਸੂਰਤ ਗੀਤ ਰਾਤ ਦੇ ਵੇਲੇ ਮਿਲਦੇ ਹਨ। ਖੂਬਸੂਰਤ ਗੀਤ ਦਿਨ ਦੇ ਵੇਲੇ ਨਹੀਂ, ਖੂਬਸੂਰਤ ਗੀਤ रात दे वेले मिलदे। ਸਾਰੇ ਬੋਲੋ, ਖੂਬਸੂਰਤ ਗੀਤ ਖੂਬਸੂਰਤ ਗੀਤ ਦਿਨ ਦੇ ਵੇਲੇ ਨਹੀਂ, ਦਿਨ ਦੇ ਵੇਲੇ ਨਹੀਂ ਰਾਤ ਦੇ ਵੇਲੇ ਮਿਲਦੇ ਹਨ। ਰਾਤ ਦੇ ਵੇਲੇ ਮਿਲਦੇ ਹਨ। ਮੈਂ ਵਚਨ ਚ ਸਿਖਾਵਾਂਗਾ ਕਿਸ ਤਰ੍ਹਾਂ। ਅਯੂਬ 35 ਦੀ 10 ਆਇਤ ਨੂੰ ਪੜੋ। ਅਯੂਬ 35 ਦੀ 10 ਆਇਤ। तो भी कोई ये नहीं कहता मेरा सिरजने वाला परमेश्वर कहाँ है, जो रात में भी गीत गवाता है। जो रात में भी गीत गवाता है। पंजाबी से भी पढ़ो। अयूब 35 ਦੀ 10 ਆਇਤ। ਪਰ ਕੋਈ ਨਹੀਂ ਕਹਿੰਦਾ ਪਰਮੇਸ਼ਰ ਮੇਰਾ ਕਰਤਾਰ ਕਿੱਥੇ ਹੈ? ਹਾਂਜੀ, ਜਿਹੜਾ ਰਾਤ ਨੂੰ ਵਿਹਾਗ ਦਾ ਰਾਗ ਬਖਸ਼ਦਾ ਹੈ। ਜਿਹੜੇ ਰਾਤ ਨੂੰ ਵਿਹਾਗ ਦਾ ਰਾਗ, ਵਿਹਾਰ ਦਾ ਬਿਹਾਗ ਰਾਗ 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 ਬਖਸ਼ਦਾ, ਜਾਂ ਹਿੰਦੀ ਦੇ ਵਿੱਚ ਲਿਖਿਆ ਜੋ ਰਾਤ में भी ਗੀਤ ਗਵਾਤਾ ਹੈ। ਸੁਣੋ, ਤੁਸੀਂ ਆਪਣੇ ਹਾਲਾਤ ਨੂੰ ਕੰਟਰੋਲ ਨਹੀਂ ਕਰ ਸਕਦੇ। ਕਈ ਜ਼ਿੰਦਗੀ ਦੇ ਐਸੇ ਹਾਲਾਤ ਹੁੰਦੇ ਨੇ ਤੁਸੀਂ ਉਸ ਤੇ ਕੰਟਰੋਲ ਨਹੀਂ ਕਰ ਸਕਦੇ। You cannot control. Some of the circumstances you can never control, but you can control the response to those circumstances. ਲੇਕਿਨ ਤੁਸੀਂ ਉਸ ਹਾਲਾਤ ਦੇ ਉੱਤੇ ਤੁਸੀਂ ਕੀ ਪ੍ਰਤੀਉੱਤਰ ਦਿੰਦੇ ਹੋ ਤੁਹਾਡੇ ਹੱਥ 'ਚ ਹੈ। ਤੁਹਾਡੇ ਹੱਥ ਦੇ ਵਿੱਚ। ਪੌਲੁਸ ਔਰ ਸਿਲਾਸ ਹਾਏ ਹਾਏ ਕਰ ਸਕਦੇ ਸਨ, ਪੌਲੁਸ ਔਰ ਸਿਲਾਸ ਰੋ ਸਕਦੇ ਸਨ, ਪਰ ਉਹ ਜਾਣਦੇ ਸਨ ਇਸ ਰਾਤ ਦੇ ਵੇਲੇ ਜਦ ਸਾਰੇ ਸੁੱਤੇ ਹੋਏ ਨੇ, ਉਹਨਾਂ ਨੂੰ ਪਤਾ ਸੀ ਇਹ ਵੇਲਾ ਸੌਣ ਦਾ ਵੀ ਨਹੀਂ, ਨੀਂਦ ਤੇ ਆਣੀ ਨਹੀਂ, ਜ਼ਖਮ ਨੇ, ਪੈਰ ਠੁਕੇ ਹੋਏ ਨੇ,
ਨੀਂਦ ਤੇ ਆਣੀ ਨਹੀਂ ਕਿਉਂਕਿ ਆਵਾਜ਼ਾਂ ਆ ਰਹੀਆਂ ਨੇ। ਉਹਨਾਂ ਨੇ ਸੋਚ ਕਰੀਏ, ਕਹਿੰਦੇ ਪੌਲੁਸ ਔਰ ਸਿਲਾਸ ਬਾਹਰ ਅਸੀਂ ਕੀ ਵਚਨ ਸੁਣਾਉਣਾ ਹੈ, ਇਹ ਜਿਹੜਾ ਮੌਕਾ ਮਿਲਿਆ ਇੱਥੇ ਵਚਨ ਸੁਣਾਈਏ, ਆਮੀਨ। ਇੱਥੇ ਖੁਦਾ ਦੀ ਕੀ ਕਰੀਏ, ਆਰਾਧਨਾ ਕਰੀਏ। ਇੱਥੇ ਹੀ ਖੁਦਾ ਦੀ ਆਰਾਧਨਾ ਕਰੀਏ। ਹਾਲੇਲੂਇਆ, ਹਾਲੇਲੂਇਆ। ਜ਼ਬੂਰ 42 ਉਹਦੀ 8 ਆਇਤ ਨੂੰ ਵੀ ਪੜੋ। Psalms 42 verse 8। तो भी दिन को यहोवा अपनी शक्ति और करुणा प्रकट करेगा, और रात को भी मैं उसका गीत गाऊंगा और अपने जीवन दाता ईश्वर से प्रार्थना करूंगा। बस पंजाबी से भी पढ़ो। ਦਿਨ ਨੂੰ ਯਹੋਵਾ ਆਪਣੀ ਦਇਆ ਦੀ ਆਗਿਆ ਦੇਵੇਗਾ, दिन ਨੂੰ ਯਹੋਵਾ ਆਪਣੀ ਦਇਆ ਦਾ ਆਗਿਆ ਦੇਵੇਗਾ, ਆਗਿਆ ਦੇਵੇਗਾ, ਅਤੇ ਰਾਤ ਨੂੰ ਉਹਦਾ ਗੀਤ ਮੇਰੇ ਨਾਲ ਹੋਵੇਗਾ। ਰਾਤ ਨੂੰ ਉਸ ਦਾ ਗੀਤ ਮੇਰੇ ਨਾਲ ਹੋਵੇਗਾ। ਉਹ ਮੇਰੇ ਜੀਵਨ ਦੇ ਪਰਮੇਸ਼ਰ ਅੱਗੇ ਇੱਕ ਪ੍ਰਾਰਥਨਾ ਹੋਵੇਗਾ। ਹਾਲੇਲੂਇਆ। ਹਾਲੇਲੂਇਆ। ਉਹ ਕਹਿ ਰਿਹਾ ਇਹ ਗੀਤ ਮੇਰੇ ਜੀਵਿਤ ਪਰਮੇਸ਼ਰ ਦੇ ਅੱਗੇ ਇੱਕ ਪ੍ਰਾਰਥਨਾ ਹੋਏਗੀ। ਮੈਂ ਇਹ ਕਿਉਂ ਕਿਹਾ ਰਾਤ ਨੂੰ ਖੁਦਾ ਗੀਤ ਦਿੰਦਾ ਹੈ? ਕਿਉਂ ਦਿੰਦਾ ਪਤਾ ਹੈ? ਮੈਂ ਐਸਾ ਸੋਚਣਾ ਹੈ, ਦਿਨ ਦੇ ਵੇਲੇ ਲਾਈਟ ਦੇ ਅੰਡਰ ਤੁਸੀਂ ਗੀਤ ਨਹੀਂ ਵੀ ਆਂਦਾ, ਤੁਸੀਂ ਪੜ੍ਹ ਕੇ ਗੀਤ ਗਾ ਸਕਦੇ ਹੋ। ਰਾਤ ਨੂੰ ਮੂੰਹ ਜ਼ਬਾਨੀ ਗੀਤ ਗਾਣਾ ਪੈਣਾ, ਬੱਤੀ ਬੁੱਤੀ ਤੇ ਹੋਣੀ ਨਹੀਂ ਹੈ। ਉਹ ਫਿਰ ਆਤਮਾ ਹੀ ਗਾਈਡ ਕਰੇਗਾ। आत्मा ही की करेगा, गाइड करेगा। आत्मा अगुवाई करे। शायद वो गाते हैं स्तुति आराधना ऊपर जाती है, आशीष देखो नीचे आती है, प्रभु हमारा कितना महान, देखो हमसे करता है प्यार। हालेलुया, 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 हालेलुया। पौलुस और सिलास गीत गांदे वेले रात दे वेले उन्होंने आराधना कीता। उन्होंने ये नहीं सी पता खुदा एक पुचाल लेके आएगा। ਆਮੀਨ। खुदा एक पुचाल लेके आवे। ओ उन्होंने ये नहीं सी सोचा खुदा दी हजूरी उस जगह च उतर आएगा। शायद जब अद्धी रात दे वेले खुदा दी इबादत कर रहे ने, उस दर्द दे विच भी, उस जख्मां दे विच भी आराधना कर रहे ने, शायद उन्होंने याकूब दा एक्सपीरियंस याद आंदा होना कि खुदा ने रात दे वेले ही जदों वो सुत्ता होया सी, एक पत्थर नूं सिराना बना के जब सुत्ता सी, खुदा ने उसे वेले उसनूं दर्शन दिता सी। एक पौड़ी ऊपर और नीचे लगी हुई है, और खुदा दा आत्मा स्वर्गदूत ऊपर नीचे उतरते चढ़ते ने। रात दे वेले असीं भी बंदगी करिए, की पता खुदा सानूं भी दर्शन दे दे। ਆਮੀਨ। हालेलुया, हालेलुया, हालेलुया। शायद रात दे वेले उन्होंने याद आ रहा होना, रात दे वेले खुदा ने अब्राहम दे नाल गल करके कहा सी उठ और तड़के सुबह जड़ा अपने पुत्र नूं बलिदान करके चढ़ाना। उन्होंने याद आ रहा होना, देखो रात दे वेले खुदा साडे नाल गल्लां करदा है, ਹਾਲੇਲੂਇਆ। खुदा सोंदा नहीं। रात दे वेले मेरे दर्द दे वेले खुदा मेरे नाल गल्लां करेगा। हालेलुया, हालेलुया। मैं अपने कुछ समय नूं याद करदा, कुछ समय पहले जब एक ऐसा औखा वेला सी, मैं रात नूं सो नहीं पाया, मैं रात नूं सो नहीं पाया। खुदा किवें गल्लां करदा, देखो मैं उस वेले सो नहीं पाया, और मैं प्रभु दे अगे सोच रहा सी सारा उस शाम दे वेले, रात दे वेले, प्रभु जी ये हो की गया, ये हो की गया, कुछ समझ नहीं लग रहा। तो खुदा ने गल्लां कीतियां। जबूर 56, जबूर 56 असी पढ़ते, चलो असी पढ़ते जरूर सी, लेकिन खुदा दा आत्मा बड़ा स्पैसिफिक रूप दे नाल 56 ਉਹਦੇ ਵਿੱਚ ਮੈਨੂੰ ਦਿਖਾਇਆ और सिखाया। पढ़ो तुसी 7 और 8 आयत तो पढ़ो। ਭਲਾ ਉਹ ਬਦਕਾਰੀ ਨਾਲ ਬਚ ਨਿਕਲਣਗੇ? हे ਪਰਮੇਸ਼ਰ, ਕ੍ਰੋਧ ਨਾਲ ਲੋਕਾਂ ਨੂੰ ਹੇਠਾਂ ਲਾ ਦੇ। ਤੂੰ ਮੇਰੇ ਆਵਾਰਾ ਫਿਰਨ ਦਾ ਲੇਖਾ ਕਰਦਾ ਹੈ, ਮੇਰਿਆਂ ਹੰਝੂਆਂ ਨੂੰ ਆਪਣੀ ਕੁੱਪੀ ਵਿੱਚ ਰੱਖ ਛੱਡ, ਭਲਾ ਉਹ ਤੇਰੀ ਵਹੀ ਵਿੱਚ ਨਹੀਂ ਹਨ। हालेलुया, ਹਾਲੇਲੂਇਆ। जेकर तुसी Psalm 56 पूरा पढ़ोगे, मैं उस हालात दा जवाब मैनू नजर आया, उस हालात दा जवाब मैनू नजर आया। उस दिन तो बाद मैं प्रभु दे अगे अपने आप ਨੂੰ समर्पण किया कि प्रभु जी ਤੁਸੀਂ ਸਾਡੇ ਹੰਝੂਆਂ ਨੂੰ ਕੁੱਪੀ ਦੇ ਵਿੱਚ ਭਰਨ ਵਾਲੇ ਪਰਮੇਸ਼ਵਰ ਹੋ। ਸਾਡੇ ਹੰਝੂਆਂ ਨੂੰ ਕੁੱਪੀ ਦੇ ਵਿੱਚ ਭਰਨ ਵਾਲੇ ਪਰਮੇਸ਼ਰ, ਤੁਸੀਂ ਇਸ ਦਾ ਹਿਸਾਬ ਰੱਖਦੇ ਹੋ। ਤੁਹਾਡੇ ਕੋਲ ਕਿਹੜੇ ਸਵਾਲ ਨੇ? ਉਹ ਸਮਾਂ ਉਸ ਰਾਤ ਦਾ ਵੇਲਾ ਹੋ ਸਕਦਾ ਹੈ ਜਦ ਸਾਰੇ ਸੁੱਤੇ ਹੋਣਗੇ, ਇੱਕ ਦਿਲ ਦੀ ਆਵਾਜ਼ ਪੁਕਾਰ ਕੇ ਰੋ ਰਿਹਾ ਹੋਏਗਾ, ਬਾਹਰ ਹੰਝੂ ਨਿਕਲਦੇ ਹੋਣਗੇ, ਪ੍ਰਭੂ ਜੀ
ਇਹ ਕੀ ਹੋ ਰਿਹਾ ਹੈ? ਪ੍ਰਭੂ ਜੀ ਮੈਨੂੰ ਕਿਉਂ ਨਹੀਂ ਐਸਾ ਮਿਲ ਰਿਹਾ? ਮੈਂ ਹੀ ਕਿਉਂ? ਜ਼ਖਮ ਮੈਨੂੰ ਹੀ ਕਿਉਂ? ਸਟਾਈ ਮੈਨੂੰ ਕਿਉਂ? ਲੇਕਿਨ ਖੁਦਾ ਉਸੇ ਵੇਲੇ ਤੁਹਾਨੂੰ ਜਵਾਬ ਦੇਗਾ ਜੇ ਤੁਸੀਂ ਖੁਦਾ ਦੀ ਆਰਾਧਨਾ ਕਰੋਗੇ। ਤੁਸੀਂ ਪਰਮੇਸ਼ਰ ਦੀ ਕੀ ਕਰੋਗੇ? ਇਸ ਵੇਲੇ ਇਹ ਕੋਈ ਵਿਅਕਤੀ ਇਬਾਦਤ ਨਹੀਂ ਸੀ ਕਰ ਸਕਦਾ, ਕੋਈ ਵਿਅਕਤੀ ਗੀਤ ਨਹੀਂ ਸੀ ਗਾ ਸਕਦਾ, ਲੇਕਿਨ ਪਰਮੇਸ਼ਰ ਦਾ ਵਚਨ ਜ਼ਬੂਰਾਂ ਦੀ ਪੋਥੀ ਦੇ ਵਿੱਚ ਇਸ ਪ੍ਰਕਾਰ ਨਾਲ ਲਿਖਿਆ ਹੈ, ਉਸ ਨੇ ਮੈਨੂੰ ਦਲਦਲ ਚੋਂ ਕੱਢ ਕੇ ਚਟਾਨ ਦੇ ਉੱਤੇ ਖੜਾ ਕੀਤਾ, ਉਸ ਨੇ ਮੇਰੇ ਮੂੰਹ ਦੇ ਵਿੱਚ ਇੱਕ ਨਵਾਂ ਗੀਤ ਨੂੰ ਪਾਇਆ। ਉਹ ਪਰਮੇਸ਼ਰ ਦੇ ਉਸਤਤ ਦਾ, ਖੁਦਾ ਦੀ ਮਹਿਮਾ ਦਾ ਗੀਤ ਹੈ। ਮੇਰੇ ਪਿਆਰੇ ਰੱਬ ਦੇ ਲੋਕੋ, ਖੁਦਾ ਤੁਹਾਡੇ ਗੀਤ ਨੂੰ ਬਦਲਨੇ ਪਾਏ। ਸਾਰੇ ਬੋਲਾਂਗੇ ਪਰਮੇਸ਼ਰ ਮੇਰੇ ਗੀਤ ਨੂੰ ਬਦਲਨੇ ਪਾਏ, ਪਰਮੇਸ਼ਰ ਮੇਰੇ ਗੀਤ ਨੂੰ ਬਦਲਨੇ ਪਾਏ, ਪਰਮੇਸ਼ਰ ਮੇਰੀ ਆਵਾਜ਼ ਨੂੰ ਬਦਲਨੇ ਪਾਏ, ਪਰਮੇਸ਼ਰ ਮੇਰੀ ਆਵਾਜ਼ ਨੂੰ ਬਦਲਨੇ ਪਾਏ। ਹਾਲੇਲੂਇਆ, ਹਾਲੇਲੂਇਆ। ਆਰਾਧਨਾ ਦੇ ਵਿੱਚ ਕਰਦੇ ਹੋਏ ਪਰਮੇਸ਼ਰ ਦਾ ਉੱਤਰ ਦੇਖੋ ਕੈਸਾ ਮਿਲਿਆ। ਲਿਖਿਆ ਪੁਚਾਲ ਆਇਆ, ਤਿੰਨ ਚੀਜ਼ਾਂ ਉਸ ਜਗ੍ਹਾ 'ਚ ਹੋਈਆਂ। ਪੁਚਾਲ ਆਇਆ, ਲਿਖਿਆ ਦਰਵਾਜ਼ੇ ਖੁੱਲ ਗਏ। ਦਰਵਾਜ਼ੇ ਖੁੱਲ ਗਏ। ਸਿਰਫ ਇਹਦੇ ਨਹੀਂ ਖੁੱਲੇ, ਪੜੋ ਤੁਸੀਂ, ਨੀਆਂ ਹਿੱਲ ਗਈਆਂ। ਪੜੋ ਤੁਸੀਂ 26 ਆਇਤ ਨੂੰ ਪੜੋ। ਤਾਂ ਅਚਾਨਕ ਐਡਾ ਭੁਚਾਲ ਆਇਆ ਜੋ ਕੈਦਖਾਨੇ ਦੀਆਂ ਨੀਹਾਂ ਹਿੱਲ ਗਈਆਂ ਔਰ ਝੱਟ ਸਾਰੇ ਬੂਹੇ ਖੁੱਲ ਗਏ ਅਤੇ ਸਭਨਾਂ ਦੀਆਂ ਬੇੜੀਆਂ ਖੁੱਲ ਗਈਆਂ। ਹਾਲੇਲੂਇਆ, ਹਾਲੇਲੂਇਆ। ਦੇਖੋ ਪੌਲੁਸ ਔਰ ਸਿਲਾਸ ਨੇ ਸੁਪਨੇ 'ਚ ਵੀ ਨਹੀਂ ਸੀ ਸੋਚਿਆ। ਇਹੀ ਗੱਲ ਯਹੋਸ਼ਾਫਾਤ ਨਾਲ ਵੀ ਹੋਇਆ। ਯਹੋਸ਼ਾਫਾਤ ਨੇ ਯੁੱਧ ਲਈ ਦੂਸਰਾ ਇਤਿਹਾਸ 20 ਬਾਬ ਦੇ ਵਿੱਚ ਲਿਖਿਆ, ਸਭ ਕੁਝ ਤਿਆਰੀ ਕਰਕੇ ਬੈਠੇ, ਲੇਕਿਨ ਜਦ ਅਮੋਨੀ ਮੁਆਬੀ ਘੇਰ ਲਿਆ, ਉਹਨਾਂ ਨੇ ਵਚਨ ਦੇ ਵਿੱਚ ਲਿਖਿਆ ਯਹੋਸ਼ਾਫਾਤ ਖੁਦਾ ਦੇ ਅੱਗੇ ਰੋਇਆ, ਕਹਿੰਦਾ ਪ੍ਰਭੂ ਜੀ ਵਿਪਤਾ ਪਈ ਹੁੰਦੀ ਤੇ ਅਸੀਂ ਤੇਰੇ ਕੋਲ ਹੀ ਆਣਾ ਸੀ, ਤੇਰੇ ਪਵਨ 'ਚ ਨਾ ਜਾਂਦੇ ਕਿੱਧਰ ਜਾਂਦੇ। ਫਿਰ ਅਗਲੀ ਆਇਤ 'ਚ ਲਿਖਦਾ 12 'ਚ ਲਿਖਿਆ, ਐ ਖੁਦਾਵੰਦਾ ਮੈਨੂੰ ਕੁਝ ਸੁਝਦਾ ਨਹੀਂ, ਮੈਨੂੰ ਕੁਝ ਬੁੱਝਦਾ ਨਹੀਂ, ਪਰ ਮੇਰੀਆਂ ਅੱਖੀਆਂ ਤੇਰੇ ਵੱਲ ਲੱਗੀਆਂ ਹੋਈਆਂ ਨੇ। ਹਾਲੇਲੂਇਆ। ਮੈਨੂੰ ਕੁਝ ਸੁਝਦਾ ਨਹੀਂ, ਮੈਨੂੰ ਕੁਝ ਬੁੱਝਦਾ ਨਹੀਂ। ਪੌਲੁਸ ਔਰ ਸਿਲਾਸ ਵੀ ਕਹਿੰਦੇ ਹੋਣੇ ਸਾਨੂੰ ਕੁਝ ਸੁਝਦਾ ਨਹੀਂ, ਸਾਨੂੰ ਕੁਝ ਬੁੱਝਦਾ ਨਹੀਂ, ਪਰ ਸਾਡੀਆਂ ਅੱਖੀਆਂ ਤੇਰੇ ਵੱਲ ਲੱਗੀਆਂ ਹੋਈਆਂ ਨੇ। ਹਾਲੇਲੂਇਆ, ਹਾਲੇਲੂਇਆ। ਉਹ ਆਰਾਧਨਾ ਕਰ ਰਹੇ। ਇਸ ਆਰਾਧਨਾ ਦੀ ਆਵਾਜ਼ ਵਚਨ 'ਚ ਲਿਖਿਆ ਦੂਸਰੇ ਕੈਦੀ ਵੀ ਸੁਣ ਰਹੇ। ਦੂਸਰੇ ਕੈਦੀ ਵੀ ਸੁਣ, ਦੂਸਰੇ ਕੈਦੀ ਵੀ ਸੁਣ ਤੁਹਾਡੀ ਰਹੇ। ਆਰਾਧਨਾ ਦੀ ਆਵਾਜ਼ ਦੂਸਰੇ ਲੋਕ ਵੀ ਸੁਣਨੇ ਪਾਏ। ਹਾਲੇਲੂਇਆ। ਹਾਲੇਲੂਇਆ। ਉਹ ਇਸ ਪ੍ਰਕਾਰ ਨਾਲ ਮਹਿਸੂਸ ਕਰਨ, ਸੱਟ ਤੇ ਸਾਨੂੰ ਵੀ ਵੱਜੀਆਂ ਨੇ, ਜੇਲ੍ਹ ਤੇ ਅਸੀਂ ਵੀ ਨੇ, ਦੁਖੀ ਤੇ ਅਸੀਂ ਵੀ ਆ, ਪਰ ਦੇਖੋ ਇਹਨਾਂ ਦਾ ਦੁੱਖ ਦੇ ਵਿੱਚ ਹੁੰਦੇ ਹੋਏ ਇਹਨਾਂ ਦਾ ਜਵਾਬ ਕੈਸਾ ਔਰ ਸਾਡਾ ਜਵਾਬ ਕੈਸਾ ਹੈ। ਅਸੀਂ ਤਾਂ ਆਪਣੇ ਦੁੱਖਾਂ ਦੇ ਵਿੱਚ ਰੋਈ ਫਿਰਦੇ ਹਾਂ, ਅਸੀਂ ਤਾਂ ਆਪਣੇ ਦੁੱਖਾਂ ਦੇ ਵਿੱਚ ਮਰੀ ਫਿਰਦੇ ਹਾਂ, ਅਸੀਂ ਤਾਂ ਆਪਣੇ ਦੁੱਖਾਂ ਦਾ ਇਲਜ਼ਾਮ ਦੂਜਿਆਂ ਤੇ ਲਗਾਈ ਜਾਂਦੇ ਹਾਂ, ਲੇਕਿਨ ਇਹ ਦੇਖੋ ਦੁੱਖ ਦੇ ਵਿੱਚ ਹੁੰਦੇ ਹੋਏ ਵੀ ਇਹ ਖੁਦਾ ਦੀ ਆਰਾਧਨਾ ਕਰ ਰਹੇ ਨੇ। ਅੱਜ ਰਾਤ ਦੇ ਵੇਲੇ ਤੁਸੀਂ ਇਸ ਜਗ੍ਹਾ 'ਚ ਆਏ, ਸ਼ਾਇਦ ਤੁਹਾਡੇ ਤੋਂ ਵੀ ਬੱਤਰ ਜਾਂ ਤੁਹਾਡੇ ਤੋਂ ਵੀ ਚੰਗੇ ਬਾਹਰ ਲੋਕ ਬੈਠੇ ਨੇ ਔਰ ਤੁਸੀਂ ਉਹਨਾਂ ਨਾਲੋਂ ਵੀ ਮਾੜੇ, ਉਸ ਤੋਂ ਵੀ ਗਰੀਬ, ਉਸ ਤੋਂ ਵੀ ਬੱਤਰ ਹਾਲਾਤ ਤੁਹਾਡੇ ਹੋ ਕੇ ਇਸ ਜਗ੍ਹਾ 'ਚ ਆਏ ਹੋ, ਪਰ ਤੁਸੀਂ ਇਸ ਜਗ੍ਹਾ ਦੇ ਵਿੱਚ ਬੈਠ ਕੇ ਹਾਏ ਹਾਏ ਨਹੀਂ, ਤੁਸੀਂ ਪ੍ਰਭੂ ਦੀ ਆਰਾਧਨਾ ਕਰ ਰਹੇ ਹੋ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਤੁਸੀਂ ਖੁਦਾ ਦੀ ਆਰਾਧਨਾ ਕਰ ਰਹੇ ਹੋ। ਵਚਨ 'ਚ ਲਿਖਿਆ ਨੀਆਂ ਹਿੱਲ ਗਈਆਂ, ਜੇਲ੍ਹ ਦੀਆਂ ਨੀਹਾਂ ਹਿੱਲ ਗਈਆਂ, ਜੇਲ੍ਹ ਦੀਆਂ ਨੀਆਂ ਹਿੱਲ ਗਈਆਂ। ਦੂਸਰਾ ਲਿਖਿਆ ਸਾਰੇ ਦਰਵਾਜ਼ੇ ਖੁੱਲ ਗਏ। ਤੀਸਰਾ ਲਿਖਿਆ ਸਭਨਾਂ ਦੀਆਂ ਬੇੜੀਆਂ ਖੁੱਲ ਗਈਆਂ। ਪੌਲੁਸ ਔਰ ਸਿਲਾਸ ਦੀ ਨਹੀਂ, ਪੌਲੁਸ ਔਰ ਸਿਲਾਸ ਦੀ ਨਹੀਂ, ਦੋ ਭਗਤਾਂ ਦੀ ਨਹੀਂ, ਕਿਹਨਾਂ ਦੀਆਂ? ਸਾਰੇ ਬੋਲੋ ਸਾਰਿਆਂ ਦੀਆਂ, ਸਾਰਿਆਂ ਦੀਆਂ, ਸਾਰਿਆਂ ਦੀਆਂ, ਸਾਰਿਆਂ ਦੀਆਂ। ਤੁਸੀਂ ਆਰਾਧਨਾ ਕਰਦੇ ਹੋ। ਤੁਹਾਡੇ ਨਾਲ ਬੈਠੇ ਲੋਕ ਜੋ ਬੇੜੀਆਂ ਦੇ ਵਿੱਚ ਬੰਨੇ ਪਏ ਨੇ, ਤੁਸੀਂ ਆਰਾਧਨਾ ਕਰੋ, ਉਹਦਾ ਜਵਾਬ ਦੂਸਰਿਆਂ ਨੂੰ ਵੀ ਮਿਲਦਾ ਹੈ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਉਹਦਾ ਉਹਨਾਂ ਦੇ ਵੀ ਬੰਧਨਾਂ ਨੂੰ ਕੀ ਕਰਦਾ? ਖੋਲਦਾ ਹੈ। ਉਹਨਾਂ ਦੇ ਵੀ ਬੰਧਨਾਂ ਨੂੰ ਕੀ ਕਰਦਾ ਹੈ? ਖੋਲਦਾ ਹੈ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਆਰਾਧਨਾ ਦੇ ਵਿੱਚ ਬੜੀ ਸ਼ਕਤੀ ਹੈ। ਆਰਾਧਨਾ ਇੱਕ ਬੜਾ ਖੂਬਸੂਰਤ ਇੱਕ ਵੈਪਨ ਹੈ, ਇੱਕ ਹਥਿਆਰ ਹੈ। ਖੁਦਾ ਨੇ ਸਾਨੂੰ ਆਰਾਧਨਾ ਦਾ ਹੀ ਹਥਿਆਰ ਦਿੱਤਾ ਹੈ। ਯਰੀਹੋ ਦੀ ਦੀਵਾਰ ਨੂੰ ਟਾਣ ਦੇ ਲਈ ਤਲਵਾਰ ਕੰਮ ਨਹੀਂ ਆਈ, ਆਰਾਧਨਾ ਹੀ ਕੰਮ ਆਈ ਹੈ। ਹਾਲੇਲੂਇਆ, ਹਾਲੇਲੂਇਆ। ਖੁਦਾ ਦੇ ਲੋਕੋ, ਵਚਨ ਦੇ ਵਿੱਚ ਲਿਖਿਆ ਪਰਮੇਸ਼ਰ ਆਤਮਾ ਔਰ ਸੱਚਾਈ ਦੇ ਨਾਲ ਆਰਾਧਨਾ ਕਰਨ ਵਾਲਿਆਂ ਨੂੰ ਢੂੰਡ ਰਿਹਾ। ਆਮੇਨ। ਖੁਦਾ ਇਸ ਕਲੀਸਿਆ ਦੇ ਵਿੱਚ ਵੀ ਆਤਮਾ ਔਰ ਸੱਚਾਈ ਦੇ ਨਾਲ ਆਰਾਧਨਾ ਕਰਨ ਵਾਲਿਆਂ ਨੂੰ ਲੱਭ ਰਿਹਾ ਹੈ। ਜਦ ਕੋਈ ਲੋਕ ਆਰਾਧਨਾ ਕਰ ਰਹੇ ਹੋਣਗੇ, ਦੋ ਜਣੇ ਗੱਲਾਂ ਕਰ ਰਹੇ ਹੋਣਗੇ। ਜਦ ਦੋ ਜਣੇ ਆਰਾਧਨਾ ਕਰ ਰਹੇ ਹੋਣਗੇ, ਕਈ ਆਪਣੀ ਦੁਨੀਆ ਦੇ ਵਿੱਚ ਮਸਤ ਹੋਣਗੇ, ਲੇਕਿਨ ਨਾ ਤੇ ਸੌਣ ਦੇ ਬਾਰੇ ਸੋਚਣਾ, ਨਾ ਤੇ ਰੋਣ ਦੇ ਬਾਰੇ ਸੋਚਣਾ, ਨਾ ਕਿਸੇ ਦੀ ਗੱਲਾਂ ਦੇ ਬਾਰੇ ਸੋਚਣਾ। ਤੁਸੀਂ ਕਹਿਣਾ ਮੈਂ ਆਰਾਧਨਾ ਕਰਾਂਗਾ, ਖੁਦਾ ਮੇਰੀ ਵੀ ਬੰਧਨ ਨੂੰ ਤੋੜੇਗਾ, ਮੇਰੇ ਨਾਲ ਦੇ ਵੀ ਬੰਧਨਾਂ ਨੂੰ ਤੋੜੇਗਾ। ਹਾਲੇਲੂਇਆ, 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 ਹਾਲੇਲੂਇਆ। ਹਾਲੇਲੂਇਆ। ਲੇਕਿਨ ਵਚਨ ਦੇ ਵਿੱਚ ਲਿਖਿਆ ਦਰੋਗਾ ਡਰ ਗਿਆ। ਕਿਉਂ ਡਰਿਆ?
वचन च लिखा वो दरोगा डर के अपने आप ਨੂੰ ਮਾਰਨ ਦੇ ਲਈ ਉਸਨੇ ਯੋਜਨਾ ਬਣਾਇਆ। ਕਿਉਂ? ਕਿਉਂਕਿ ਉਸ ਵੇਲੇ ਦੇ ਅਨੁਸਾਰ ਉਹਨਾਂ ਦਾ ਨਿਯਮ ਸੀ, ਰੋਮੀ ਸਰਕਾਰ ਦਾ ਇੱਕ ਕਾਨੂੰਨ ਸੀ, ਜੇਕਰ ਜੇਲਰ ਦੇ ਹੱਥੋਂ ਜਾਂ ਜੇਲਰ ਦੀ ਮੌਜੂਦਗੀ ਦੇ ਵਿੱਚ ਕੋਈ ਕੈਦੀ ਛੁੱਟ ਗਿਆ ਤਾਂ ਜੇਲਰ ਨੂੰ ਮੌਤ ਦੀ ਸਜ਼ਾ ਹੈ। ਕਿਹੜੀ ਸਜ਼ਾ ਹੈ? ਮੌਤ ਦੀ। ਉਹਦੇ ਦਿਲ ਦੇ ਅੰਦਰ ਡਰ ਸੀ। ਇਹ ਸਾਰੇ ਭੱਜ ਗਏ ਹੋਣੇ ਕਿਉਂਕਿ ਦਰਵਾਜ਼ੇ ਕੀ ਹੋਏ ਨੇ? ਖੁੱਲ ਗਏ। ਦਰਵਾਜ਼ੇ ਤੇ ਖੁੱਲ ਗਏ ਨੇ। ਮੈਂ ਤਾਂ ਮਰਿਆ ਹੀ ਮਰਿਆ, ਮੈਂ ਤਾਂ ਮਰ ਗਿਆ, ਲੇਕਿਨ ਕੈਦੀ ਕੋਈ ਵੀ ਬਾਹਰ ਨਹੀਂ ਗਿਆ। ਪੌਲਸ ਔਰ ਸਿਲਾਸ ਅੰਦਰ ਹੀ ਸੀ। ਮੈਂ ਸੋਚਦਾ ਕਿਉਂ ਐਸਾ ਕਿਉਂ ਹੋਇਆ ਨਾ? ਪੌਲਸ ਔਰ ਸਿਲਾਸ ਦੇ ਮਨ ਦੇ ਅੰਦਰ ਆਇਆ ਹੋਣਾ। ਅਸੀਂ ਤਾਂ ਵਚਨ ਇਹਨਾਂ ਨੇ ਸਾਰਿਆਂ ਨੂੰ ਸੁਣਾਤਾ। ਇੱਕ ਬੰਦਾ ਬਾਹਰ ਬੈਠਾ ਹੈ, ਉਹ ਵੀ ਰਹਿ ਗਿਆ, ਉਹ ਵੀ ਰਹਿ ਗਿਆ। ਜਿਸ ਨੇ ਸਾਨੂੰ ਫੜਿਆ ਉਹਦਾ ਵੀ ਬਚਣਾ ਜ਼ਰੂਰੀ ਹੈ। ਆਮੀਨ। ਕੌਣ ਬਾਹਰ ਰਹਿ ਗਿਆ? ਕੌਣ ਬਾਹਰ ਰਹਿ ਗਿਆ? ਜੇਲਰ ਨੇ ਸੋਚਿਆ ਇਹਨਾਂ ਨੂੰ ਮੈਂ ਕੈਦੀ ਬਣਾਇਆ, ਪਰ ਅਸਲ 'ਚ ਜੇਲਰ ਕੈਦੀ ਸੀ। ਆਮੀਨ। ਜੇਲਰ ਕੈਦੀ ਸੀ। ਉਹਨੇ ਸੋਚਿਆ ਪੌਲਸ ਔਰ ਸਿਲਾਸ ਨੂੰ ਮੈਂ ਕੈਦੀ ਬਣਾਇਆ, ਪਰ ਅਸਲ 'ਚ ਉਹ ਕੈਦੀ ਹੋ ਗਿਆ। ਪੌਲਸ ਔਰ ਸਿਲਾਸ ਨੇ ਆਵਾਜ਼ ਦੇ ਕੇ ਅੰਦਰੋਂ ਕਿਹਾ ਕੋਈ ਨੁਕਸਾਨ ਨਹੀਂ ਕਰਨਾ ਸੀ, ਇੱਧਰ ਹੀ ਹੈ, ਕਿਧਰ ਵੀ ਨਹੀਂ ਗਏ। ਇਸ ਨੂੰ ਕਹਿੰਦੇ ਨੇ ਜਿਸ ਨੂੰ ਖੁਦਾ ਦਾ ਡਰ ਹੈ ਉਸ ਨੂੰ ਕਿਸੇ ਬੰਦੇ ਦਾ ਵੀ ਡਰ ਨਹੀਂ ਹੁੰਦਾ। ਆਮੀਨ। ਜਿਸ ਨੂੰ ਖੁਦਾ ਦਾ ਡਰ ਹੈ ਉਹ ਕਿਸੇ ਹਾਲਾਤ ਤੋਂ ਵੀ ਨਹੀਂ ਡਰਦਾ, ਕਿਉਂਕਿ ਉਸ ਨੂੰ ਪਤਾ ਹੈ ਜੇ ਜੇਲ੍ਹ ਖੋਲ ਕੇ ਰੱਖ ਸਕਦਾ ਹੈ, ਅਗਲੇ ਵਾਰੀ ਫੜ ਲੈਣਗੇ, ਅਗਲੀ ਵਾਰੀ ਫਿਰ ਬਾਹਰ ਨਿਕਲ ਜਾਵਾਂਗੇ। ਆਮੀਨ। ਇਹ ਸਾਨੂੰ ਬੰਦ ਕਰ ਸਕਦੇ ਹੈ, ਪਰ ਖੁਦਾ ਖੋਲਣ ਦੀ ਸ਼ਕਤੀ ਰੱਖਦਾ ਹੈ। ਹਾਲੇਲੂਇਆ। 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 ਉਸੇ ਵਚਨ 'ਚ ਲਿਖਿਆ ਦਰੋਗਾ ਆਇਆ, ਉਸਨੇ ਜਦ ਇਸ ਆਵਾਜ਼ ਨੂੰ ਸੁਣਿਆ, ਪੌਲਸ ਕਹਿੰਦਾ ਅਸੀਂ ਅੰਦਰ ਹੀ ਹਾਂ, ਕਹਿੰਦਾ ਔਰ ਉਹ ਬਚਨ ਜਾਣ ਦੇ ਲਈ, ਆਪਣੇ ਆਪ ਨੂੰ ਬਚਾਉਣ ਦੇ ਲਈ ਉਹ ਪੌਲਸ ਔਰ ਸਿਲਾਸ ਦੇ ਪੈਰੀ ਪੈ ਗਿਆ। ਉਸਨੇ ਉਸਦੇ ਜ਼ਖਮ ਨੂੰ ਧੋਏ। ਮਾਰਨ ਵਾਲੇ ਖੁਦ ਤੇਰੇ ਜ਼ਖਮਾਂ ਨੂੰ ਧੋਣਗੇ ਜਦ ਤੁਸੀਂ ਖੁਦਾ ਦੀ ਆਰਾਧਨਾ ਕਰੋਗੇ, ਜਦ ਰੂਹ ਔਰ ਸੱਚਾਈ ਦੇ ਨਾਲ ਆਪਣੇ ਹਾਲਾਤ ਕੈਸੇ ਵੀ ਹੋਣ ਤੇ ਵੀ ਤੁਸੀਂ ਖੁਦਾ ਦੀ ਆਰਾਧਨਾ ਕਰਨ ਦੇ ਲਈ ਆਏ। ਭਾਵੇਂ ਜਿੰਨਾ ਮਰਜ਼ੀ ਸ਼ੋਰ ਹੁੰਦਾ ਹੋਵੇ, ਜਿੰਨਾ ਮਰਜ਼ੀ ਪ੍ਰਤਾੜਨਾ ਹੁੰਦਾ ਹੋਵੇ, ਜਿੰਨਾ ਮਰਜ਼ੀ ਝੂਠੇ ਇਲਜ਼ਾਮ ਲੱਗਦੇ ਹੋਣ, ਜੇ ਤੁਹਾਨੂੰ ਪਤਾ ਵੀ ਹੈ ਕਿ ਮੈਂ ਸੱਚਾ ਹਾਂ, ਤੁਹਾਨੂੰ ਪਤਾ ਵੀ ਹੈ ਕਿ ਮੇਰਾ ਕੋਈ ਦੋਸ਼ ਨਹੀਂ ਹੈ, ਤੁਹਾਨੂੰ ਪਤਾ ਵੀ ਹੈ ਕਿ ਜੋ ਕੋਈ ਵੀ ਅਗਲਾ ਬੋਲ ਰਿਹਾ ਝੂਠ ਬੋਲ ਰਿਹਾ, ਮੈਨੂੰ ਫਸਾ ਰਿਹਾ, ਮੇਰੇ ਉੱਤੇ ਝੂਠਾ ਇਲਜ਼ਾਮ ਲਗਾ ਰਿਹਾ, ਤੇ ਵੀ ਤੁਸੀਂ ਕਹਿ ਸਕਦੇ ਹੋ ਤੁਸੀਂ ਮੈਨੂੰ ਫੜ ਸਕਦੇ ਹੋ, ਪਰ ਮੇਰੇ ਉੱਤੇ ਜਿਹੜਾ ਖੁਦਾ ਦਾ ਮਸਾ ਹੈ ਉਸ ਨੂੰ ਤੁਸੀਂ ਛੂ ਨਹੀਂ ਸਕਦੇ। ਹਾਲੇਲੂਇਆ। 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 ਮੇਰੇ ਉੱਤੇ ਜਿਹੜਾ ਖੁਦਾ ਦਾ ਮਸਾ ਹੈ, ਮੇਰੇ ਉੱਤੇ ਜਿਹੜਾ ਖੁਦਾ ਦਾ ਕਿਰਪਾ ਹੈ, ਤੁਸੀਂ ਇਸ ਨੂੰ ਰੋਕ ਨਹੀਂ ਸਕਦੇ। ਤੁਸੀਂ ਮੈਨੂੰ ਜੇਲ੍ਹ ਦੇ ਅੰਦਰ ਪਾਓ, ਮੈਂ ਜੇਲ੍ਹ ਦੇ ਵਿੱਚ ਪਏ ਲੋਕਾਂ ਨੂੰ ਵੀ ਬਚਾਵਾਂਗਾ, ਆਮੀਨ। ਜੇਲ੍ਹ ਦੇ ਪਾਰ ਲੋਕਾਂ ਨੂੰ ਵੀ ਬਚਾਵਾਂਗਾ। ਹਾਲੇਲੂਇਆ। 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 ਭਾਵੇਂ ਇੱਕ ਵਿਅਕਤੀ ਉਜਾੜ ਦੇ ਵਿੱਚ ਵੀ ਚਲੇ ਜਾਏ, ਖੁਦਾ ਉਸ ਉਜਾੜ ਦੇ ਵਿੱਚ ਵੀ ਤੁਹਾਨੂੰ ਹਰਾ ਭਰਾ ਕਰਨ ਦੀ ਸ਼ਕਤੀ ਰੱਖਦਾ ਹੈ। ਇਸ ਲਈ ਕਦੀ ਇਸ ਗੱਲ ਦਾ ਚਿੰਤਾ ਨਹੀਂ ਕਰਨਾ ਮੈਂ ਕਿੱਧਰ ਹਾਂ, ਮੈਂ ਕਿਹੜੇ ਪਾਸੇ ਚਲਾ ਗਿਆ। ਨੋ, ਡੋਂਟ ਐਵਰ ਥਿੰਕ ਇਫ ਗॉड ਇਜ਼ ਵਿਦ ਯੂ ਹੀ ਕੈਨ ਟਰਨ ਯੋਰ ਵਿਲਡਰਨੈਸ ਇਨਟੂ ਦ ਬਿਊਟੀਫੁਲ ਗਾਰਡਨ। ਜਿੱਥੇ ਤੁਸੀਂ ਜੇਲ੍ਹ ਦੇ ਵਿੱਚ ਹੋ ਜਾਂ ਇੱਕ ਮੁਹੱਲੇ ਦੇ ਵਿੱਚ ਹੋ, ਉਜਾੜ ਦੇ ਵਿੱਚ ਗਏ ਹੋ, ਕਦੀ ਇਹ ਨਹੀਂ ਸੋਚਣਾ ਰੱਬਾ ਮੈਂ ਕਿੱਧਰ ਆ ਗਿਆ। ਨੋ, ਗॉड ਹੈਜ਼ ਅ ਬਿਊਟੀਫੁਲ ਪਲਾਨ ਫॉर ਯੂ। ਪਰਮੇਸ਼ਰ ਦੀ ਇੱਕ ਖੂਬਸੂਰਤ ਯੋਜਨਾ ਹੈ। ਇੱਕ ਜੇਲਰ ਬੈਠਾ ਹੈ, ਇੱਕ ਕੈਦੀ ਬੈਠਾ ਹੈ ਤੁਹਾਡੀ ਉਡੀਕ ਦੇ ਵਿੱਚ, ਜੋ ਖੁਦ ਜੇਲ੍ਹ ਦੇ ਵਿੱਚ ਹੈ, ਜੋ ਖੁਦ ਕੈਦ ਦੇ ਵਿੱਚ ਹੈ। ਉਹ ਕਲਾਮ ਨੂੰ ਸੁਣਨਾ ਚਾਹੁੰਦਾ ਹੈ, ਤੂੰ ਬਚ ਤੇਰਾ ਘਰਾਨਾ ਵੀ ਬਚਾਇਆ ਜਾਏਗਾ। ਹਾਲੇਲੂਇਆ। ਤੂੰ ਬਚ ਤੇਰਾ ਘਰਾਨਾ ਵੀ ਬਚਾਇਆ ਜਾਏਗਾ। ਕੀ ਤੁਸੀਂ ਕਹਿ ਸਕਦੇ ਰੱਬਾ ਤੂੰ ਮੈਨੂੰ ਇਸਤੇਮਾਲ ਕਰ, ਤੂੰ ਮੈਨੂੰ ਇਸਤੇਮਾਲ ਕਰ, ਭਾਵੇਂ ਮੈਂ ਕਿਸੇ ਵੀ ਹਾਲਾਤ ਵਿੱਚ ਕਿਉਂ ਨਾ ਹੋਵਾਂ, ਤੁਸੀਂ ਮੈਨੂੰ ਇਸਤੇਮਾਲ ਕਰੋ। ਹਾਲੇਲੂਇਆ। ਇੱਕ ਵਿਅਕਤੀ ਦਾ ਬਚਣਾ ਜ਼ਰੂਰੀ ਸੀ, ਇੱਕ ਵਿਅਕਤੀ ਦਾ ਬਚਣਾ ਜ਼ਰੂਰੀ ਸੀ। ਸਿਲਾਸ ਇੱਕ ਆਤਮਿਕ ਵਿਅਕਤੀ ਨੂੰ ਦਾ ਸਾਥ ਦਿੱਤਾ। ਕੀ ਤੁਸੀਂ ਖੁਦਾ ਦੇ ਬੰਦੇ ਦਾ ਸਾਥ ਦੋਗੇ ਜਾਂ ਛੱਡੋਗੇ? ਅੱਜ ਖੁਦਾ ਦਾ ਆਤਮਾ ਤੁਹਾਨੂੰ ਇਹੀ ਪੁੱਛ ਰਿਹਾ ਹੈ ਕਿ ਤੁਸੀਂ ਖੁਦਾ ਦੇ ਦਾਸ ਦਾ ਸਾਥ ਦੋਗੇ ਜਾਂ ਛੱਡੋਗੇ? ਕੀ ਤੁਸੀਂ ਉਹਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਚੱਲੋਗੇ ਜਾਂ ਨਹੀਂ? ਆਉਣ ਵਾਲੇ ਸਮੇਂ ਦੇ ਵਿੱਚ ਜੇਲ੍ਹ ਹੋਵੇ, ਆਉਣ ਵਾਲੇ ਸਮੇਂ ਦੇ ਵਿੱਚ ਵਿਰਾਨ ਥਾਂ ਹੋਵੇ, ਪਰ ਜੇ ਤੁਸੀਂ ਆਤਮਿਕ ਹੋ, ਆਤਮਿਕ ਲੋਕਾਂ ਦੇ ਨਾਲ ਜੁੜੋਗੇ, ਵਾਈਬ੍ਰੇਸ਼ਨ ਹੋਏਗਾ, ਹਾਲੇਲੂਇਆ। एक अर्थक्वेक आएगा, एक पुचाल आएगा, बंजर जमीन हिलेगी। हालेलुया। आज से सारे अपने कान बंद करिए। परमेश्वर बड़े बड़े लोगों को नहीं सुन रहा। परमेश्वर ऐसे लोगों को लभ रहा है जो आत्मा और सच्चाई दे नाल आराधना करनगे। भजन वालियां नु खुदा नहीं लभ रहा, बैठन वालियां नु खुदा लभ रहा है, टिकन वाले लोगों को खुदा चुन रहा है। भजन वाले नहीं, टिकन वाले। सारे बोलेंगे भजन वाले नहीं, टिकन वाले। उच्ची आवाज ना बोलो, भजन वाले नहीं, टिकन वाले। 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 हे प्रभु हे प्रभु मैनू एक स्थिर आत्मा दे,
एक स्थिर आत्मा दे। मेरे मन ਨੂੰ ਟਿਕਾ, ਮੈਨੂੰ इस्तेमाल कर जिधर तू लेके जाना चाहता है, जिस परिवार ਦੇ ਵਿੱਚ तू लेके जाना चाहता है, ਮੈਨੂੰ इस्तेमाल कर, ਮੈਨੂੰ इस्तेमाल कर, ਮੈਨੂੰ इस्तेमाल कर। हालेलुया। सारे ताली बजा के प्रभु की स्तुति करिए। हालेलुया। ओ रबा बाला बाला खो सामाना मखो रबारा बरिबाला। आराधना दे च बड़ी शक्ति है, आराधना दे च बड़ी शक्ति है, ओदी स्तुति महिमा दे च बड़ी शक्ति है। तुसी इधर आराधना कर रहे हो, खुदा किधर दी नीहां नूं हिला रहा, परमेश्वर नीहां नूं हिला रहा। तुसी खुदा दी इबादत करो, खुदावंद तुहाडे घरां दे नीहां नूं हिला रहा। ओ बंदरां नूं तोड़ रहा, बंधुआं नूं आजाद कर रहा, बंदरां नूं तोड़ रहा। राबाला बा शांगाबा सांदाला रखो। स्तुति करिए, आराधना करिए। आराधना दे विच बड़ी शक्ति है। हालेलुया। आराधना हो आराधना, खुदावंद यीशु की आराधना। आराधना हो खुदावंद यीशु की आराधना। तेरे मसीहा की आराधना, आराधना की आराधना। तेरे मसीहा की आराधना, आराधना की
रवन मन रखो। आराधना बंधना नू तोड़दा है, आराधना नीहां नू हिलांदा है, आराधना कैदियां नू आजाद करदा है। अज दी आराधना तुहानू आजाद करने पाए, अज दी आराधना तेरे नीहां नू हिलाने पाए, अज दी आराधना तुहाडे लई दरवाज़ियां नू खोलने पाए, बंद पे हुए दरवाज़ियां नू तुहाडी आराधना खोलने पाए। तुहाडी आराधना शैतान दे जखड़ियां नू आजाद करने पाए। तुहाडी आराधना दरोगे जैसे पापी नू प्रभु दे वल लेके आने पाए। हालेलुया। खुदा बाप तेरा धन्यवाद, आपका पाक हजूरी के लिए धन्यवाद, तुमने दास के द्वारा हमें वचन दिया, तेरा धन्यवाद। तूने पौलुस से सिलास को एक आत्मिक संगति दिया, आपका मर्जी के साथ लेके गया, जहाँ रोकना अंदर रोक दिया, जगह लेके जाना लेके गया। उधर तेरा काम प्रकट हुआ, भावी पीड़ना हुआ, लेकिन तेरे काम प्रकट हो गया। वो पीड़ना का हल तुमने तेरी आराधना किया, वो हालात बदल गया, आराधना में छुटकारा मिला, दूसरे लोग भी स्वतंत्र हो गए ने, रुगान जीत गए ने। हम हर हालत पर तेरी आराधना करें, सिर्फ सुख का समय दुख का समय भी हम अपना हालात भूल के तेरी आराधना करें। जगह में तू साल लेके जाएंगे, तेरा कोई योजना है। ये मेरे खुदा जी, तो आराधना में बंद दरवाजा खोलता है। ये आराधना सदी में बहुत सारे बंद दरवाजा खुल जाए, बहुत सारे बंधन टूट जाए, वो कैदिया आजाद हो जाए। नशे में है, अंधकार में, अंधविश्वास में आजाद हो जाए। वो मेरे खुदा जी तेरा धन्यवाद। ये आराधना का आवाज ये रोजे में गूंजे रहे, बड़े बुझाल आए, नस्ती लोग जाने, जो अनुभव नहीं हो रहे वो लोग इस बात को अनुभव करें। जैसा वो दरोगा बच के आया, बाहर के लोग भी बच के आए। मेरे खुदा जी तेरा धन्यवाद। तो इस दिनों में बड़े बड़े काम कर रहे हैं, तेरा धन्यवाद। अब गाजूरी में साने कुछ आनंद मिल रहे हैं, तेरा धन्यवाद। यीशु का नाम।